ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀਆਂ ਦੀ ਬਾਬਤ ਲਿਖਦੇ ਨੇ ਕਿ ਤਾਰੇ ਗਿਣੇ ਜਾਤ ਹੈ, ਤਾਰੇ ਨਾ ਗਨਾਤ ਹੈ। ਕਿ ਜੇਕਰ ਅਸਮਾਨ ਦੇ ਤਾਰੇ ਗਿਣਨੇ ਚਾਹੀਏ ਤੇ ਹੋ ਸਕਦਾ ਹੈ ਗਿਣੇ ਜਾਣ, ਪਰ ਜੇਕਰ ਗੁਰੂ ਨਾਨਕ ਦੇ ਜੋ ਲੋਕ ਤਾਰੇ ਨੇ ਸੰਸਾਰ ਸਮੁੰਦਰ ਤੋਂ ਉਹ ਗਿਣਨੇ ਹੋਣ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਕਿਉਂਕਿ ਉਹ ਤਾਰਿਆਂ ਤੋਂ ਕਿਤੇ ਵਧੇਰੇ ਨੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਗੰਗਾ ਦੇ ਕਿਨਾਰੇ ਵਿਰਾਜੇ ਹੋਏ ਨੇ ਇਸ ਪ੍ਰਕਾਰ, ਜਿਵੇਂ ਉੱਥੋਂ ਦੇ ਲੋਕ ਪੂਰਬ ਵੱਲ ਨੂੰ, ਚੜ੍ਹਦੇ ਵੱਲ ਨੂੰ ਮੁੱਖ ਕਰ ਕਰਕੇ ਸੂਰਜ ਤਾਈਂ ਪਾਣੀ ਦਿੰਦੇ ਨੇ, ਤੇ ਗੁਰੂ ਨਾਨਕ ਦੇਵ ਜੀ ਸਤਿਗੁਰੂ ਪੱਛਮ ਵੱਲ ਮੁੱਖ ਕਰਕੇ ਪਾਣੀ ਦੇਣ ਲੱਗੇ ਨੇ। ਆ ਕਰਕੇ ਉੱਥੋਂ ਦੇ ਪੁਜਾਰੀ ਲੋਕਾਂ ਨੇ ਸਵਾਲ ਕੀਤਾ ਹੈ ਕਿ ਮਹਾਰਾਜ, ਇਹ ਆਪ ਜੀ ਪੱਛਮ ਵੱਲ ਨੂੰ ਮੁੱਖ ਦੇ ਕਰਕੇ ਕਿਸ ਨੂੰ ਪਾਣੀ ਦਿੰਦੇ ਹੋ? ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਪਹਿਲਾਂ ਤੁਸੀਂ ਦੱਸੋ, ਤੁਸੀਂ ਕਿਸ ਨੂੰ ਜਲ ਦਿੰਦੇ ਹੋ? ਪੂਰਬ ਵੱਲ ਨੂੰ ਮੂੰਹ ਕਰਕੇ। ਕਹਿਣ ਲੱਗੇ, ਮਹਾਰਾਜ ਜੋ ਸਾਡੇ ਵੱਡੇ ਵਡੇਰੇ ਹਨ, ਜੋ ਇਸ ਲੋਕ ਨੂੰ ਛੱਡ ਕੇ ਪਰਲੋਕ ਚਲੇ ਗਏ ਨੇ, ਉਹਨਾਂ ਨੂੰ ਹਰ ਰੋਜ਼ ਜਲ ਦਿੰਦੇ ਹਨ। ਉਹ ਜਲ ਛਕ ਕੇ ਤ੍ਰਿਪਤ ਹੁੰਦੇ ਨੇ, ਪਿਆਸ ਬੁਝਦੀ ਹੈ ਤੇ ਸਾਡੇ ਤੇ ਮਿਹਰ ਦੀ ਨਿਗਾਹ ਰੱਖਦੇ। ਗੁਰੂ ਨਾਨਕ ਦੇਵ ਜੀ ਸਤਿਗੁਰੂ ਕਹਿਣ ਲੱਗੇ, ਭਾਈ ਜਦੋਂ ਅਸੀਂ ਹਰਿਦੁਆਰ ਨੂੰ ਆਉਣ ਲੱਗੇ ਸੀ ਤੇ ਅਸੀਂ ਆਪਣੀ ਖੇਤੀ ਬੀਜ ਕੇ ਆਏ ਸੀ। ਅਸੀਂ ਹੁਣ ਇੱਥੇ ਹਾਂ, ਸਾਡੇ ਪਿੱਛੇ ਪਾਣੀ ਲਾਉਣ ਵਾਲਾ ਕੋਈ ਵੀ ਨਹੀਂ ਸਾਡਿਆਂ ਖੇਤਾਂ। ਸੋਚਿਆ ਚਲੋ ਇੱਥੋਂ ਹੀ ਪਾਣੀ ਲਾ ਦਈਏ, ਖੇਤੀ ਸੁੱਕੇ ਨਾ ਹਰੀ ਭਰੀ ਰਹੇ। ਸਾਰੇ ਉੱਚੀ ਉੱਚੀ ਹੱਸਣ ਲੱਗੇ ਕਿ ਇਹ ਤਾਂ ਕੋਈ ਪਾਗਲ ਆਇਆ ਲੱਗਦਾ ਹੈ, ਭਲਾ ਦੀ ਗੰਗਾ ਤੋਂ ਖੜ ਕਰਕੇ ਖੇਤਾਂ ਨੂੰ ਪਾਣੀ ਕਿਵੇਂ ਲੱਗ ਜਾਵੇ? ਗੰਗਾ ਦਾ ਜੋ ਇਲਾਕਾ ਹਰਿਦੁਆਰ ਦਾ ਇਲਾਕਾ ਹੈ, ਤੇ ਜੋ ਤੁਹਾਡੇ ਖੇਤ ਨੇ ਉਹ ਰਾਏਪੁਰ ਦੀ ਤਲਵੰਡੀ ਹੈ। ਇੰਨੀ ਦੂਰੀ ਦੇ ਉੱਪਰ ਭਲਾ ਜਲ ਕਿਵੇਂ ਲੱਗ ਜਾਵੇ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਅਣਜਾਣ ਮੈਂ ਨਹੀਂ, ਅਣਜਾਣ ਤੁਸੀਂ ਹੋ। ਭੁੱਲਿਆ ਮੈਂ ਨਹੀਂ, ਭੁਲੇਖੇ ਵਿੱਚ ਤੁਸੀਂ ਹੋ। ਤੁਸੀਂ ਪਰਮੇਸ਼ਰ ਦਾ ਨਾਮ ਤਾਂ ਸਿਮਰਦੇ ਨਹੀਂ, ਕਦੇ ਚੌਂਕੜੇ ਮਾਰ ਕੇ ਬੰਦਗੀ ਤਾਂ ਕੀਤੀ ਨਹੀਂ। ਇਕੱਲੇ ਸੂਰਜ ਨੂੰ ਪਾਣੀ ਦੇਣ ਦੇ ਨਾਲ ਪਰਮੇਸ਼ਰ ਖੁਸ਼ ਥੋੜ੍ਹੀ ਹੁੰਦਾ। ਨਾਲੇ ਜਿਹੜੇ ਮੇਰੇ ਖੇਤ ਨੇ ਉਹ ਤਾਂ ਇਸ ਧਰਤੀ ਤੇ ਵਿਰਾਜਦੇ ਨੇ, ਕੁਝ ਦੂਰੀ ਤੇ ਵਿਰਾਜਦੇ ਨੇ। ਜੇਕਰ ਮੇਰਿਆਂ ਖੇਤਾਂ ਨੂੰ ਪਾਣੀ ਪਹੁੰਚ ਨਹੀਂ ਸਕਦਾ ਤੇ ਤੁਹਾਡੇ ਪਿੱਤਰ ਜੋ ਪਰਲੋਕ ਵਿੱਚ ਬੈਠੇ ਨੇ ਉਹਨਾਂ ਤਾਈਂ ਜਲ ਕਿਵੇਂ ਪਹੁੰਚ ਜਾਵੇਗਾ? ਉਹ ਕਿਵੇਂ ਛਕ ਲੈਣਗੇ? ਗੁਰੂ ਨਾਨਕ ਦੇਵ ਜੀ ਸਤਿਗੁਰੂ ਕਹਿੰਦੇ, ਭਾਵੇਂ ਤੁਹਾਡੇ ਮੁੱਖ ਪੂਰਬ ਵੱਲ ਨੇ, ਮੁੱਖ ਚੜ੍ਹਦੇ ਵੱਲ ਨੂੰ ਕੀਤੇ ਹੋਏ ਨੇ, ਪਰ ਤੁਹਾਡੇ ਮਨ ਕਦੇ ਪੱਛਮ ਵੱਲ, ਕਦੇ ਉੱਤਰ ਵੱਲ, ਕਦੇ ਦੱਖਣ ਵੱਲ ਦੌੜਦੇ। ਜੋ ਪਰਮੇਸ਼ਰ ਦੀ ਬੰਦਗੀ ਹੈ ਨਾ, ਜੋ ਪਰਮੇਸ਼ਰ ਦਾ ਸਿਮਰਨ ਹੈ, ਉਹ ਤਾਂ ਇਕਾਗਰ ਚਿੱਤ ਕਰਕੇ ਕੀਤਾ ਜਾਂਦਾ ਹੈ। ਇਸ ਪ੍ਰਕਾਰ ਫਿਰ ਆ ਕਰਕੇ ਉਹ ਜਦੋਂ ਸਾਰੇ ਹੀ ਗੰਗਾ ਦੇ ਕਿਨਾਰੇ ਮਾਲਾ ਫੜ ਕੇ ਬੈਠੇ ਨੇ, ਤੇ ਗੁਰੂ ਨਾਨਕ ਦੇਵ ਜੀ ਆ ਕੇ ਕਹਿਣ ਲੱਗੇ, ਵੇਖੋ ਭਾਈ ਮਰਦਾਨਾ ਜੀ, ਕਿਵੇਂ ਧਰਮ ਦੇ ਨਾਂ ਦੇ ਉੱਪਰ ਪਖੰਡ ਹੋ ਰਿਹਾ ਹੈ। ਮਾਥਾ ਤਿਲਕ ਹੱਥ ਮਾਲਾ ਬਾਹਾਂ ਲੋਕਣ ਰਾਮ ਖਿਲਾਉਣਾ ਜਾਂਦਾ। ਜਿਵੇਂ ਬੱਚਿਆਂ ਨੂੰ ਸਾਰੀਆਂ ਚੀਜ਼ਾਂ ਦੇ ਵਿੱਚੋਂ ਖੇਡ ਹੀ ਨਜ਼ਰ ਆਉਂਦੀ ਹੈ ਨਾ, ਇੱਦਾਂ ਇਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਵੀ ਖੇਡ ਬਣਾ ਕੇ ਰੱਖ ਦਿੱਤਾ। ਤੇ ਉੱਥੋਂ ਦੇ ਰਹਿਣ ਵਾਲੇ ਬੋਲਣ ਲੱਗੇ, ਮਹਾਰਾਜ ਅਸੀਂ ਤਾਂ ਨਾਮ ਜਪਦੇ ਹਾਂ, ਭਲਾ ਦੀ ਨਾਮ ਜਪਣ ਵਾਲਾ ਵੀ ਕੋਈ ਨਰਕਾਂ ਨੂੰ ਜਾਂਦਾ ਹੈ? ਨਾਮ ਜਪਣਾ ਵੀ ਕੋਈ ਮਾੜੀ ਗੱਲ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨਾਮ ਜਪਣਾ ਮਾੜੀ ਗੱਲ ਨਹੀਂ। ਹੱਥਾਂ ਦੇ ਵਿੱਚ ਮਾਲਾ ਤਾਂ ਪਕੜ ਲਈ ਹੈ, ਪਰ ਮਨ ਦੀ ਪਕੜ ਕੀਤੀ ਨਹੀਂ। ਮਨ ਕਿਤੇ ਦਾ ਕਿਤੇ ਪੰਛੀਆਂ ਵਾਂਗ ਉਡਾਰੀਆਂ ਮਾਰ ਰਿਹਾ ਹੈ। ਵੇਖੋ ਕਿਸੇ ਦਾ ਮਨ ਮੁਲਤਾਨ ਗਿਆ ਹੋਇਆ ਹੈ, ਤੇ ਬੋਲਣ ਵਾਲਾ ਕਹਿੰਦਾ, ਮਹਾਰਾਜ ਇਹਦਾ ਮਨ ਮੁਲਤਾਨ ਗਿਆ ਹੋ, ਮੇਰਾ ਮਨ ਤਾਂ ਇੱਥੇ ਹੈ। ਮਹਾਰਾਜ ਕਹਿੰਦੇ, ਭਾਈ ਤੇਰਾ ਮਨ ਕਾਬਲ ਕਰਦਾ,
ਤੀਸਰਾ ਬੋਲਿਆ ਸਤਿਗੁਰੂ ਜੀ ਕਹਿੰਦੇ ਤੂੰ ਵੀ ਨਾ ਬੋਲ, ਤੇਰਾ ਮਨ ਇੰਦਰਪ੍ਰਸਥ ਭਾਵ ਦਿੱਲੀ ਦੀਆਂ ਗਲੀਆਂ ਘੁੰਮ ਰਿਹਾ। ਚੌਥਾ ਜਦੋਂ ਸਤਿਗੁਰੂ ਵੱਲ ਵੇਖਣ ਲੱਗਾ, ਮਹਾਰਾਜ ਕਹਿੰਦੇ ਭਾਈ ਚੁੱਪ ਹੀ ਰਹਿ, ਤੇਰਾ ਮਨ ਤਾਂ ਐਸਾ ਲਾਲਚ ਵਿੱਚ ਆਇਆ ਹੈ, ਇੱਥੇ ਮਾਲਾ ਫੜੀ ਹੈ, ਮਨ ਅੰਦਰ ਸੋਚ ਰਿਹਾ ਹੈ ਕਿ ਜੇਕਰ ਇੱਕ ਹੱਕ ਇੱਕ ਦੁਕਾਨ ਹੋਰ ਖਰੀਦ ਲਵਾਂ ਤੇ ਵਧੇਰੇ ਲਾਭ ਹੋਵੇ। ਜਹ ਜਹ ਮਨ ਸਬਨ ਹੈ, ਜਹ ਜਹ ਮਨ ਸਬਨ ਕੋ ਗਾਏ ਸ੍ਰੀ ਗੁਰੂ ਤਾਹਾਂ ਬਤਾਵਤ ਪਾਇਆ। ਜਿੱਥੇ ਜਿੱਥੇ ਜਿਹਦਾ ਮਨ ਉਡਾਰੀਆਂ ਮਾਰ ਰਿਹਾ ਸੀ, ਜਦੋਂ ਸਤਿਗੁਰਾਂ ਨੇ ਸਾਰਾ ਕੁਝ ਦੱਸਿਆ, ਹੱਥ ਜੋੜ ਲਏ ਕਿ ਮਹਾਰਾਜ ਆਪ ਤਾਂ ਅਵਤਾਰੀ ਪੁਰਸ਼ ਹੋ, ਸਾਡੇ ਦਿਲਾਂ ਦੀਆਂ ਜਾਣ ਰਹੇ ਹੋ, ਸੱਚਮੁੱਚ ਹੀ ਸਾਡੇ ਮਨ ਇੱਥੇ ਇੱਥੇ ਉਡਾਰੀਆਂ ਮਾਰ ਰਹੇ ਸਨ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਫਿਰ ਧਰਮ ਦੇ ਨਾਂ ਤੇ ਪਖੰਡ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ, ਮਹਾਰਾਜ ਸਾਨੂੰ ਆਪਣੇ ਸਿੱਖ ਬਣਾ ਲਓ। ਗੁਰੂ ਨਾਨਕ ਦੇਵ ਜੀ ਸਤਿਗੁਰੂ ਕਹਿਣ ਲੱਗੇ, ਭਾਈ ਤੁਹਾਡੇ ਮਨ ਬਹੁਤੇ ਮੈਲੇ ਨੇ, ਕੋਈ ਮੈਲਾ ਜਿਹਾ ਗੁਰੂ ਲੱਭੋ ਜਿਹਦਾ ਮਨ ਮੈਲਾ ਹੋਵੇ, ਤੁਸੀਂ ਸਾਡੇ ਸਿੱਖ ਨਹੀਂ ਬਣ ਸਕਦੇ। ਤੇ ਕਹਿਣ ਲੱਗੇ, ਮਹਾਰਾਜ ਅਸੀਂ ਤਾਂ ਆਪ ਜੀਆਂ ਦੇ ਚਰਨ ਪਕੜ ਲਏ ਨੇ, ਹੁਣ ਆਪ ਜੀਆਂ ਦਾ ਆਸਰਾ ਹੈ, ਹੁਣ ਆਪ ਜੀ ਸਾਨੂੰ ਕਿਰਪਾ ਕਰਕੇ ਧਾਰੋ। ਤੇ ਫਿਰ ਗੁਰੂ ਨਾਨਕ ਦੇ ਘਰ ਦਾ ਇਹ ਸੁਭਾਅ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਗੁਰੂ ਨਾਨਕ ਦੇਵ ਜੀਆਂ ਨੇ ਕਿਰਪਾ ਦ੍ਰਿਸ਼ਟੀ ਕੀਤੀ। ਅਖੀਰ ਉਹਨਾਂ ਨੇ ਖਾਣਾ ਤਿਆਰ ਕੀਤਾ। ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਆਪ ਜੀ ਭੋਜਨ ਛਕੋ। ਗੁਰੂ ਨਾਨਕ ਦੇਵ ਜੀ ਸਤਿਗੁਰੂ ਨਾਲ ਗਏ। ਜਦੋਂ ਗਏ, ਸਤਿਗੁਰਾਂ ਦੇ ਚਰਨ ਧੋ ਕਰਕੇ ਸਤਿਗੁਰਾਂ ਨੂੰ ਚੌਂਕੇ ਅੰਦਰ ਚਾੜਿਆ। ਆਖਰ ਇੱਕ ਲਕੀਰ ਖਿੱਚ ਦਿੱਤੀ ਹੈ ਕਿ ਕੋਈ ਨੀਵੀਂ ਜਾਤੀ ਦਾ ਅੰਦਰ ਨਾ ਆਵੇ, ਨਹੀਂ ਤਾਂ ਸਾਡਾ ਚੌਂਕਾ ਪਿੱਟਿਆ ਜਾਵੇਗਾ, ਜਿਹੜਾ ਖਾਣਾ ਪਿੱਟਿਆ ਜਾਵੇਗਾ। ਅੱਜ ਦੇ ਸਮੇਂ ਅੰਦਰ ਵੀ ਕਈ ਇਲਾਕੇ ਐਸੇ ਨੇ ਜਿੱਥੇ ਕੋਈ ਦਿਹਾੜੀਦਾਰ ਆ ਜਾਵੇ ਜਾਂ ਕੋਈ ਹੋਰ ਨੀਵੀਂ ਜਾਤੀ ਦਾ ਆ ਜਾਵੇ ਨਾ ਸੰਗਤ ਜੀ, ਉਹਨੂੰ ਇਸ ਪ੍ਰਕਾਰ ਰਸੋਈ ਦੇ ਨੇੜੇ ਨਹੀਂ ਆਉਣ ਦਿੰਦੇ, ਜਾਂ ਘਰਾਂ ਦੇ ਵਿੱਚ ਕਮਰਿਆਂ ਦੇ ਪੂਰੇ ਥੜੇ ਵੱਜੇ ਹੁੰਦੇ ਨੇ, ਉਸ ਨੂੰ ਥੜੇ ਦੇ ਉੱਪਰ ਨਹੀਂ ਚੜ੍ਹਨ ਦਿੰਦੇ, ਉਹਨੂੰ ਨੀਵੇਂ ਥਾਂ ਤੇ ਖੜਾਉਂਦੇ। ਮਾਝੇ ਇਲਾਕੇ ਦੇ ਵਿੱਚ ਅਕਸਰ ਹੀ ਐਸੇ ਇਲਾਕੇ ਨੇ। ਤੇ ਇਸ ਪ੍ਰਕਾਰ ਜਦੋਂ ਆਏ ਨੇ, ਸਤਿਗੁਰਾਂ ਨੂੰ ਚੌਂਕੇ ਅੰਦਰ ਬਿਠਾਇਆ ਹੈ ਤੇ ਮਹਾਰਾਜ ਕਹਿੰਦੇ, ਭਾਈ ਤੁਹਾਡਾ ਚੌਂਕਾ ਪਿੱਟਿਆ ਗਿਆ ਹੈ, ਬੜੇ ਨੀਚ ਜਾਤ ਦੇ ਤੁਹਾਡੇ ਨਾਲ ਆਏ। ਕਹਿਣ ਲੱਗੇ, ਮਹਾਰਾਜ ਸਾਡੇ ਬਿਨਾਂ ਇੱਥੇ ਕੋਈ ਹੋਰ ਦਿਖਾਈ ਨਹੀਂ ਦਿੰਦਾ, ਤੇ ਅਸੀਂ ਗਊ ਦਾ ਗੋਬਰ ਫੇਰ ਕਰਕੇ, ਚੰਗੀ ਤਰ੍ਹਾਂ ਲੱਕੜਾਂ ਧੋ ਕਰਕੇ, ਸਾਰਾ ਅਨਾਜ ਧੋ ਕਰਕੇ, ਅਸੀਂ ਚੁੱਲ੍ਹਾ ਧੋ ਕਰਕੇ ਫੇਰ ਭੋਜਨ ਤਿਆਰ ਕੀਤਾ ਹੈ। ਪੂਰੀ ਸੁਚਮਤਾ ਰੱਖੀ ਹੈ। ਮਹਾਰਾਜ ਇੱਥੇ ਕਿਸੇ ਪ੍ਰਕਾਰ ਦਾ ਕੋਈ ਨੀਵੀਂ ਜਾਤੀ ਦਾ ਨਹੀਂ ਆਇਆ। ਫਿਰ ਚੌਂਕਾ ਕਿਵੇਂ ਪਿੱਟਿਆ ਗਿਆ? ਗੁਰੂ ਨਾਨਕ ਦੇਵ ਜੀ ਕਹਿੰਦੇ, ਜਦੋਂ ਤੱਕ ਤੁਸੀਂ ਚੌਂਕੇ ਦੇ ਨੇੜੇ ਨਹੀਂ ਆਏ, ਉਦੋਂ ਤੱਕ ਦਾ ਚੌਂਕਾ ਠੀਕ ਸੀ, ਪਰ ਜਦੋਂ ਤੁਸੀਂ ਆਏ ਹੋ ਉਦੋਂ ਚੌਂਕਾ ਪਿੱਟਿਆ ਗਿਆ। ਕਹਿਣ ਲੱਗੇ, ਮਹਾਰਾਜ ਸਾਡੇ ਨਾਲ ਤਾਂ ਕੋਈ ਨੀਵੀਂ ਜਾਤੀ ਦਾ ਨਹੀਂ ਆਇਆ, ਫਿਰ ਭਲਾ ਕਿਵੇਂ ਚੌਂਕਾ ਪਿੱਟਿਆ ਗਿਆ? ਮਹਾਰਾਜ ਕਹਿੰਦੇ, ਭਾਵੇਂ ਸਰੀਰ ਕਰਕੇ ਕੋਈ ਨਹੀਂ ਆਇਆ, ਪਰ ਭਾਈ ਤੁਸੀਂ ਮਨਾ ਕਰਕੇ ਜਿਹੜੀ ਖੋਟੀ ਬੁੱਧ ਦੇ ਧਾਰਨੀ ਹੋ, ਜਿਹੜੀ ਕਿਸੇ ਉੱਪਰ ਦਇਆ ਨਹੀਂ ਕਰਦੇ, ਇਸ ਪ੍ਰਕਾਰ ਜਿਹੜੀ ਤੁਸੀਂ ਨਿੰਦਿਆ ਕਰਦੇ ਹੋ, ਜਿਹੜਾ ਤੁਸੀਂ ਕ੍ਰੋਧ ਕਰਦੇ ਹੋ ਨਾ, ਈਰਖਾ ਕਰਦੇ ਹੋ, ਇਹ ਔਗਣ ਤੁਹਾਡੇ ਨਾਲ ਚੌਂਕੇ ਵਿੱਚ ਆਏ ਤੇ ਐਸੇ ਔਗਣਾਂ ਦੇ ਨਾਲ ਚੌਂਕੇ ਪਿੱਟੇ ਜਾਂਦੇ ਨੇ, ਖਾਣੇ ਪਿੱਟੇ ਜਾਂਦੇ। ਤੇ ਕਹਿਣ ਲੱਗੇ, ਮਹਾਰਾਜ ਫਿਰ ਇਹ ਭਲਾ ਹੁਣ ਪਵਿੱਤਰ ਕਿਵੇਂ ਹੋਣਗੇ? ਬੜਾ ਸ਼ਰਮਿੰਦਾ ਹੋ ਕੇ ਸਵਾਲ ਕੀਤਾ। ਦਇਆ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਸੱਚ ਸੰਜਮ ਕਰਨੀ ਕਾਰਾ, ਕਿ ਜੀਵਨ ਦੇ ਅੰਦਰ ਸੱਚ ਬੋਲਣਾ, ਸਬਰ ਦਾ ਜੀਵਨ ਜਿਉਣਾ, ਭਗਤੀ ਕਰਨੀ, ਇਹ ਲਕੀਰਾਂ ਖਿੱਚਣੀਆਂ। ਨਹਾਵਣ ਨਾਉ ਜਪੇ ਹੀ, ਜਿੱਥੇ ਸਰੀਰ ਦਾ ਇਸ਼ਨਾਨ ਜਲ ਦੇ ਨਾਲ ਕਰਦੇ ਹੋ, ਉੱਥੇ ਮਨ ਦਾ ਇਸ਼ਨਾਨ ਨਾਮ ਦੇ ਨਾਲ ਕਰਿਆ ਕਰੋ। ਨਾਨਕ ਆਗਾ ਉਤਮ ਸਈ, ਜੇ ਪਾਪਾ ਪੰਧ ਨਾ ਦੇਹੀ। ਉਹੀ ਲੋਕ ਉੱਤਮ ਹਨ, ਉਹੀ ਲੋਕ ਉੱਚੇ ਹਨ, ਜਿਹੜੇ ਪਾਪਾਂ ਦੀ ਕਮਾਈ ਨਹੀਂ ਕਰਦੇ, ਪਾਪਾਂ ਦੇ ਰਾਹਾਂ ਦੇ ਉੱਪਰ ਆਪਣਾ ਪੈਰ ਧਰਦੇ ਹੀ ਨਹੀਂ। ਮਹਾਰਾਜ ਕਹਿੰਦੇ, ਜਗ ਮਹਿ ਉੱਤਮ ਕਾਢੀ ਹੈ, ਵਿਰਲੇ ਕਈ ਕੇ।
ਤੇ ਕਈ ਕਰੋੜਾਂ ਦੇ ਵਿੱਚੋਂ ਐਸੇ ਵਿਰਲੇ ਹੁੰਦੇ ਨੇ ਜਿਹੜੇ ਜੀਵਨ ਅੰਦਰ ਸੱਚ ਬੋਲਦੇ ਨੇ, ਜਿਹੜੇ ਜੀਵਨ ਨੂੰ ਸੰਜਮ ਨਾਲ ਜਿਉਂਦੇ ਨੇ, ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਜਿੱਥੇ ਤਨ ਦਾ ਕਰਦੇ ਨੇ ਉੱਥੇ ਨਾਮ ਦੇ ਨਾਲ ਮਨ ਦਾ ਵੀ ਕਰਦੇ ਨੇ। ਐਸਾ ਜੇਕਰ ਤੁਸੀਂ ਜੀਵਨ ਅਪਣਾਓਗੇ ਫਿਰ ਕਦੇ ਵੀ ਚੌਂਕਾ ਖਾਣਾ ਪਿੰਡਿਆ ਨਹੀਂ ਜਾਵੇਗਾ। ਇਸ ਪ੍ਰਕਾਰ ਮਹਾਰਾਜ ਉਹਨਾਂ ਨੂੰ ਸਮਝਾ ਰਹੇ ਸਨ ਕਿ ਕਿਸੇ ਮਨੁੱਖ ਦੇ ਆਉਣ ਦੇ ਨਾਲ ਨੀਵੀਂ ਜਾਤੀ ਦੇ ਆਉਣ ਦੇ ਨਾਲ ਚੌਂਕੇ ਨਹੀਂ ਪਿੰਡੇ ਜਾਂਦੇ। ਜੇਕਰ ਉੱਚੀਆਂ ਜਾਤਾਂ ਵਾਲਿਆਂ ਦੇ ਮਨਾਂ ਦੇ ਅੰਦਰ ਈਰਖਾ ਹੋਵੇ, ਕਾਮ, ਕ੍ਰੋਧ, ਲੋਭ, ਹੰਕਾਰ ਹੋਵੇ, ਫਿਰ ਉੱਚੀ ਜਾਤ ਕੀ ਕਰੇਗੀ? ਜੇਕਰ ਜੀਵਨ ਅੰਦਰ ਪਾਪ ਹੀ ਪਾਪ ਕਮਾਏ ਨੇ, ਇਹਨਾਂ ਨਾਲ ਚੌਂਕਾ ਪਿੰਡਿਆ ਜਾਂਦਾ, ਖਾਣਾ ਪਿੰਡਿਆ ਜਾਂਦਾ। ਸਤਿਗੁਰੂ ਜੀ ਇਸ ਪ੍ਰਕਾਰ ਉਹਨਾਂ ਬ੍ਰਾਹਮਣ ਲੋਕਾਂ ਨੂੰ ਸਮਝਾ ਰਹੇ ਨੇ। ਆਓ ਜਿਸ ਪ੍ਰਕਾਰ ਅੱਗੇ ਕਥਾ ਵਿਚਾਰਾਂ ਆਉਂਦੀਆਂ ਨੇ ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰ ਇਤਿਹਾਸ ਸ਼ਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇਉਂ ਪਨੀਤ ਜੇ ਚੌਂਕਾ ਹੋਏ। ਮਹਾਰਾਜ ਕਹਿੰਦੇ ਜੇਕਰ ਸ਼ੁਭ ਗੁਣਾਂ ਦੇ ਧਾਰਨੀ ਹੋ ਤੇ ਚੌਂਕਾ ਪਵਿੱਤਰ ਹੁੰਦਾ ਹੈ। ਪਿੰਡਿਓ ਜਾਏ ਨਾ ਕਪੂੰ ਸੋਈ। ਤੇ ਸ਼ੁਭ ਗੁਣਾਂ ਵਾਲਿਆਂ ਦੇ ਆਉਣ ਦੇ ਨਾਲ ਭਲਾ ਦੀ ਉਹ ਨੀਵੀਆਂ ਜਾਤਾਂ ਦੇ ਲੋਕ ਕਿਉਂ ਨਾ ਹੋਣ, ਕਦੇ ਵੀ ਚੌਂਕਾ ਖਾਣਾ ਪਿੰਡਿਆ ਨਹੀਂ ਜਾਂਦਾ। ਇਸ ਪ੍ਰਕਾਰ ਤੁਮ ਔਰ ਮਹਿਧਾਰ ਹੋ। ਇਸ ਪ੍ਰਕਾਰ ਜੋ ਸਾਡੇ ਬਚਨ ਹਨ ਨਾ ਆਪਣੇ ਹਿਰਦੇ ਅੰਦਰ ਧਾਰਨ ਕਰੋ ਜੀ। ਮਾਨ ਮਲੀਨਤਾ ਸਰਬ ਨਿਵਾਰ ਹੋ। ਜਿਹੜੀ ਮਨ ਦੀ ਮਲੀਨਤਾ ਹੈ ਨਾ, ਜੇਕਰ ਸਰੀਰ ਮੈਲਾ ਹੋਵੇ ਤੇ ਮਹਾਰਾਜ ਕਹਿੰਦੇ ਚੱਲ ਜਾਂਦਾ ਏ, ਸਾਨੂੰ ਪ੍ਰਵਾਨ ਹੈ। ਪਰ ਜਿਹੜਾ ਮਨ ਮੈਲਾ ਹੁੰਦਾ ਹੈ ਨਾ ਉਹ ਨਹੀਂ ਸਾਥੋਂ ਚੱਲਦਾ, ਉਹ ਨਹੀਂ ਇਸ ਗੁਰੂ ਘਰ ਨੂੰ ਪ੍ਰਵਾਨ। ਸਤਿਗੁਰੂ ਜੀ ਕਹਿੰਦੇ ਜੇਕਰ ਸਾਡੇ ਸਿੱਖ ਬਣਨਾ ਹੈ ਤੇ ਮਨ ਦੀ ਜਿਹੜੀ ਮੈਲ ਹੈ ਇਸ ਨੂੰ ਛੱਡਣਾ ਕਰੋ ਜੀ। ਸ੍ਰੀ ਨਾਨਕ ਕੇ ਸੁਣ ਅਬਚ ਐਸੀ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਸਤਿਗੁਰਾਂ ਦੇ ਵਚਨ ਸੁਣੇ ਹਨ। ਔਰ ਮੈਂ ਗੁਣਤ ਹੁਤੋ ਮਨ ਜੈਸੇ। ਤੇ ਮਨ ਹੀ ਮਨ ਦੇ ਵਿੱਚ ਸਾਰੇ ਉਹ ਵਿਦਵਾਨ ਇਸ ਪ੍ਰਕਾਰ ਵਿਚਾਰਾਂ ਕਰਦੇ ਨੇ। ਜਾਣੇ ਆਪਣੇ ਸਰਬ ਕੇ ਵਿਕਾਰਨ। ਤੇ ਸਾਰਿਆਂ ਨੇ ਆਪਣੇ ਮਨ ਦੇ ਵਿਕਾਰ ਜਾਣ ਲਏ ਨੇ ਕਿ ਕੌਣ ਕਿੰਨਾ ਕਰੋਧੀ ਹੈ, ਕੌਣ ਕਿੰਨਾ ਲਾਲਚੀ ਹੈ, ਕੌਣ ਕਿੰਨਾ ਕਾਮੀ ਹੈ। ਜਿਤ ਭਏ ਅਬ ਕਿਉਂ ਹਵੈ ਕਾਰਨ। ਇਸ ਪ੍ਰਕਾਰ ਮਨ ਹੀ ਮਨ ਦੇ ਅੰਦਰ ਇੱਛਾ ਜਾਗੀ ਹੈ ਕਿ ਹੁਣ ਜਿਹੜੇ ਵਿਕਾਰ ਹਨ, ਔਗਣ ਹਨ, ਇਹਨਾਂ ਨੂੰ ਤਿਆਗ ਦਿੱਤਾ ਜਾਵੇ। ਅਮਰ ਠੌਰ ਦੇ ਮਨ ਕੋ ਮੂਰਾ। ਇਸ ਪ੍ਰਕਾਰ ਵਿਸ਼ੇ ਵਿਕਾਰਾਂ ਤੋਂ ਆਪਣੇ ਮਨ ਨੂੰ ਮੋੜਿਆ ਹੈ। ਸ੍ਰੀ ਗੁਰੂ ਭਗਤ ਹੈ ਨਿਸ਼ਚਾ ਜੋਰਾ। ਤੇ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਦੇ ਨਾਲ ਆਪਣਾ ਜਿਹੜਾ ਦਿਲ ਹੈ, ਚਿੱਤ ਹੈ, ਮਨ ਹੈ ਜੋੜਿਆ ਹੈ। ਬਿਨੇ ਭੰਤ ਹਮਕੋ ਸਿੱਖ ਕੀਜੈ। ਤੇ ਬੇਨਤੀ ਕਰਨ ਲੱਗੇ ਮਹਾਰਾਜ ਕਿਰਪਾ ਕਰੋ ਸਾਨੂੰ ਆਪਣੇ ਸਿੱਖ ਬਣਾਵੋ ਜੀ। ਸਾਰਨ ਭਲੇ ਦੀ ਲਾਜ ਰਖੀਜੈ। ਤੇ ਅਸੀਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ, ਸਾਡੀ ਲਾਜ ਰੱਖੋ ਜੀ। ਦੁਖਰਾ ਜਿਉ ਜਾਣੋ ਤਿਉ ਤਾਰੀਏ। ਮਹਾਰਾਜ ਆਪ ਜੀ ਸਾਰੀਆਂ ਵਿਧੀਆਂ ਜਾਣਦੇ ਹੋ, ਕਿਰਪਾ ਕਰਕੇ ਤਾਰ ਲਵੋ। ਔਰ ਨਾ ਹਮਕੋ ਥਾਏ। ਮਹਾਰਾਜ ਹੁਣ ਹੋਰ ਕੋਈ ਥਾਂ ਨਹੀਂ, ਹੋਰ ਕੋਈ ਸਹਾਰਾ ਨਹੀਂ ਜੋ ਸੰਸਾਰ ਸਮੁੰਦਰ ਤੋਂ ਸਾਨੂੰ ਪਾਪੀਆਂ ਨੂੰ ਤਾਰ ਦੇਵੇ ਜੀ। ਪਰਮੇਸ਼ਰ ਕੋ ਰੂਪ ਹੋ। ਮਹਾਰਾਜ ਆਪ ਜੀ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਹਨ ਜੀ। ਜਪੈ ਤਿਖਾਰੋ ਨਾਏ। ਮਹਾਰਾਜ ਇਸ ਲਈ ਹੁਣ ਜੀਵਨ ਭਰ ਆਪ ਜੀਆਂ ਦਾ ਨਾਮ ਜਪਣਾ ਹੈ। ਚੌਪਈ ਲਗੇ ਦੀਨ ਪ੍ਰਬੈਨ ਵਿਚਾਰੇ। ਜਦੋਂ ਇਸ ਪ੍ਰਕਾਰ ਨਿਮਰਤਾ ਦੇ ਵਿੱਚ ਆਏ ਵੇਖੇ ਤੇ ਪਾਤਸ਼ਾਹ ਜੀ ਬੋਲੇ ਨੇ। ਜਿਤਨੋ ਹੈ ਤਨ ਪਾਸ ਤੁਮਾਰੇ। ਮਹਾਰਾਜ ਕਹਿੰਦੇ ਜਿੰਨਾ ਵੀ ਧਰਮ ਦਾ ਪਖੰਡ ਕਰਕੇ ਪਾਪਾਂ ਦੀ ਕਮਾਈ ਇਕੱਠੀ ਕੀਤੀ ਹੈ। ਪਰਮੇਸ਼ਰ ਹਿਤ ਸਰਬ ਲਟਾਵਹੁ। ਇਹ ਭਾਈ ਜਿਹੜੇ ਪਰਮੇਸ਼ਰ ਦੇ ਲੋਕ ਨੇ ਨਾ, ਜਿਹੜੇ ਗਰੀਬ ਗੁਰਬੇ ਹਨ
ਹਨ ਉਹਨਾਂ ਵਿੱਚ ਖਰਚ ਨਾ ਕਰੋ ਜੀ। ਪੁਨ ਸਿਖ ਹੋਏ ਪਰਮ ਸੁਖ ਪਾਵਹੁ। ਇਸ ਪ੍ਰਕਾਰ ਫਿਰ ਪਰਮੇਸ਼ਰ ਦੀ ਕਿਰਪਾ ਆਪ ਜੀਆਂ ਤੇ ਵਰਤੇਗੀ, ਮੁਕਤੀ ਪ੍ਰਾਪਤ ਹੋਵੇਗੀ। ਦਰਸ਼ਨ ਜਿਨ ਜਿਨ ਮਾਨੀ ਆਇਸ। ਤੇ ਉਸੇ ਸਮੇਂ ਹੀ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਭਾਏ, ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਕਮਾਏ ਨੇ, ਸਰਬ ਦਰਦ ਕੋ ਦੀਨ ਲੁਟਾਇਸ। ਤੇ ਜੋ ਪਾਪਾਂ ਦੀ ਕਮਾਈ ਕੀਤੀ ਸੀ ਸਾਰੀ ਗਰੀਬ ਗੁਰਬਿਆਂ ਦੇ ਵਿੱਚ ਲਾਉਣਾ ਕੀਤੀ ਹੈ। ਦਿਨ ਪਰ ਮਹਿਰ ਦ੍ਰਿਸ਼ਟ ਜਗਤੇਸਾ। ਤੇ ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਉਹਨਾਂ ਦੇ ਸਿੱਖ ਬਣਨ ਦੀ ਇੱਛਾ ਵੇਖ ਕਰਕੇ ਬੜਾ ਖੁਸ਼ ਹੋਏ ਨੇ। ਸਤਿਨਾਮ ਕੋ ਦੀਏ ਉਪਦੇਸਾ। ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀਆਂ ਨੇ ਨਾਮ ਦਾ ਉਪਦੇਸ਼ ਸਤਿਨਾਮ ਵਾਹਿਗੁਰੂ ਦਾ ਦਿੱਤਾ ਹੈ। ਪ੍ਰੇਮ ਨਾਮ ਕੋ ਰੰਗ ਚੜਾਵਾ। ਐਸਾ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਚੜਾਇਆ ਹੈ। ਮਨ ਕੋ ਸ਼ਾਂਤ ਦਈ ਸਿਖ ਪਾਵਾ। ਸਾਰਿਆਂ ਦੇ ਜੋ ਤਪਦੇ ਮਨ ਸਨ ਵਿਕਾਰਾਂ ਦੇ ਨਾਲ ਸ਼ਾਂਤ ਕੀਤੇ ਮਹਾਰਾਜ ਜੀਆਂ ਨੇ, ਸਾਰਿਆਂ ਨੂੰ ਸੁਖ ਬਖਸ਼ਿਆ ਹੈ। ਅੰਤ ਕਾਲ ਮੈਂ ਸੁਭਗਤ ਪਾਈ। ਤੇ ਜਿਹੜੇ ਲੋਕ ਸਨ ਉਹ ਜਿੰਨਾ ਸਮਾਂ ਜੀਵਨ ਉਹਨਾਂ ਦਾ ਰਿਹਾ, ਸਾਰੀ ਉਮਰ ਪਰਮੇਸ਼ਰ ਦਾ ਨਾਮ ਜਪਦੇ ਰਹੇ, ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕੀਤਾ। ਜਦੋਂ ਲੋਕ ਨੂੰ ਛੱਡ ਕੇ ਪਰਲੋਕ ਗਏ ਤੇ ਸਾਰੇ ਹੀ ਮੁਕਤੀ ਪ੍ਰਦਾਨ ਹੋਏ ਨੇ। ਜੀਵਤ ਨਾਮ ਵਿਖੇ ਲਿਵਲਾਈ। ਜਿੰਨਾ ਸਮਾਂ ਸਰੀਰ ਅੰਦਰ ਸਵਾਸ ਚੱਲਦੇ ਰਹੇ ਪਰਮੇਸ਼ਰ ਦਾ ਨਾਮ ਜਪਦੇ ਰਹੇ ਜੀ। ਦੋਹਰਾ ਇਸ ਪ੍ਰਕਾਰ ਸੋ ਸਿੱਖ ਕਰੇ। ਇਸ ਪ੍ਰਕਾਰ ਮਹਾਰਾਜ ਜੀ ਹਰਿਦੁਆਰ ਇਲਾਕੇ ਗੰਗਾ ਦੀ ਧਰਤੀ ਉੱਪਰ ਸਤਿਗੁਰਾਂ ਨੇ ਸਿੱਖੀ ਦ੍ਰਿੜ ਕਰਵਾਈ ਹੈ। ਰਹਿਣ ਭਾਈ ਪੁਨ ਆਏ। ਤੇ ਜਦੋਂ ਰਾਤਰੀ ਦਾ ਸਮਾਂ ਆਇਆ ਹੈ ਜੀ, ਗੰਗਾ ਤਨ ਧਾਰ ਕੇ। ਜਿਹੜੀ ਉੱਥੇ ਪਵਿੱਤਰ ਨਦੀ ਗੰਗਾ ਵਗਦੀ ਹੈ, ਉਸ ਨੇ ਦੇਵੀ ਦਾ ਸਰੀਰ ਧਾਰਨ ਕੀਤਾ ਹੈ। ਜਲ ਪਹੁੰਚੀ ਤਹ ਥਾਏ। ਤੇ ਜਿੱਥੇ ਗੁਰੂ ਨਾਨਕ ਦੇਵ ਜੀ ਬਿਰਾਜੇ ਸਨ ਉੱਥੇ ਆ ਪਹੁੰਚੀ ਹੈ। ਜੋ ਪਈ ਕੰਚਨ ਥਾਲ ਲਿਏ ਨਿਜ ਹਾਥਾ। ਤੇ ਹੱਥ ਦੇ ਵਿੱਚ ਗੰਗਾ ਦੇਵੀ ਦੇ ਇਸ ਪ੍ਰਕਾਰ ਸੋਨੇ ਦੀਆਂ ਮੋਹਰਾਂ ਦਾ, ਹੀਰਿਆਂ ਮੋਤੀਆਂ ਦਾ ਭਰਿਆ ਥਾਲ ਫੜਿਆ ਹੈ। ਭਰਿਓ ਨਿਹਿਕ ਮੁਕਤਾ ਕੇ ਸਾਥਾ। ਅਨੇਕਾਂ ਹੀ ਨਿਰਮੋਲ ਹੀਰਿਆਂ ਦਾ ਉਹ ਭਰਿਆ ਥਾਲ ਹੈ। ਧਰੀ ਭੇਟ ਸ੍ਰੀ ਗੁਰੂ ਅਕਾਰੀ। ਤੇ ਆ ਕਰਕੇ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਪਾਸ ਉਹ ਭੇਟ ਉਹ ਥਾਲ ਰੱਖਿਆ ਹੈ। ਕਾਰ ਪਦ ਬੰਧਨ ਗਿਰਾ ਉਚਾਰੀ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਬੇਨਤੀ ਕਰਨ ਲੱਗੀ ਹੈ। ਦੁਸਤਰ ਅਤ ਕਲਮਲ ਕਲਕਾਲਾ। ਕਹਿਣ ਲੱਗੀ ਹੈ ਮਾਲਕ ਗੁਰੂ ਨਾਨਕ ਦੇਵ ਜੀ, ਸਤਿਗੁਰੂ ਕਲਯੁਗ ਦਾ ਭਿਆਨਕ ਸਮਾਂ ਚੱਲ ਰਿਹਾ ਹੈ। ਲੋਕ ਬਹੁਤੇ ਹੀ ਪਾਪੀ ਹੋ ਚੁੱਕੇ ਨੇ, ਵਿਕਾਰੀ ਹੋ ਚੁੱਕੇ ਨੇ, ਤੇ ਮੇਰੇ ਵਿੱਚ ਆ ਕਰਕੇ ਇਸ਼ਨਾਨ ਕਰਦੇ ਨੇ। ਇਸ਼ਨਾਨ ਕਰਨ ਆਉਣ ਤੋਂ ਪਹਿਲਾਂ ਵੀ ਵਿਕਾਰ ਭੋਗਦੇ ਨੇ ਤੇ ਇਸ਼ਨਾਨ ਕਰਨ ਤੋਂ ਬਾਅਦ ਵੀ ਵਿਕਾਰ ਭੋਗਦੇ ਨੇ। ਇਸ ਪ੍ਰਕਾਰ ਆਪ ਤਾਂ ਮੈਲੇ ਹਨ, ਮੈਨੂੰ ਵੀ ਮੈਲਾ ਕੀਤਾ ਹੈ। ਮੋਤੇ ਸਹੇ ਨ ਜਾਏ ਕਿਰਪਾਲਾ। ਮਹਾਰਾਜ ਇਹ ਦੁੱਖ ਇਹ ਮੈਲ ਮੈਥੋਂ ਸਹੀ ਨਹੀਂ ਜਾਂਦੀ। ਕਿਰਪਾ ਧਾਰ ਸੋ ਕਰਬੋ ਉਪਾਈ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਕੋਈ ਉਪਾਅ ਦੱਸੋ ਜੀ। ਜਾ ਕੇ ਹਵੈ ਸੁਖ ਮੁਹੇ ਸਦਾਈ। ਜਿਸ ਦੇ ਨਾਲ ਮੈਂ ਫਿਰ ਪਹਿਲਾਂ ਆਪ ਪਵਿੱਤਰ ਹੋ ਜਾਵਾਂ, ਸੁਖ ਹੋਵੇ। ਤੂੰ ਉਪਕਾਰ ਕਰਨ ਕੇ ਹਿਤਾ। ਇਸ ਪ੍ਰਕਾਰ ਮਹਾਰਾਜ ਆਪ ਜੀਆਂ ਦਾ ਪਰ ਉਪਕਾਰੀ ਸੁਭਾਅ ਹੈ। ਦੇਵੀ ਧਰੀ ਬੇਦੀ ਕੁਲ ਕੇਤਾ। ਤੇ ਆਪ ਜੀ ਇਸ ਪ੍ਰਕਾਰ ਜਿਹੜੇ ਵਿਕਾਰਾਂ ਦੇ ਨਾਲ ਮੈਲੇ ਹੋਏ ਮਨਾਂ ਤਾਈਂ ਪਵਿੱਤਰ ਕਰਦੇ ਹੋ, ਐਸਾ ਉਪਕਾਰੀ ਹੋ। ਸੁਣ ਕਰ ਸਰਸਰ ਕੀ ਅਸਬਾਨੀ। ਇਸ ਪ੍ਰਕਾਰ ਗੰਗਾ ਨਦੀ ਦੀ ਜਦੋਂ ਐਸੀ ਬੇਨਤੀ ਸੁਣੀ ਹੈ। ਕਿਰਪਾ ਧਾਰ ਬੋਲੇ ਗੁਰਖਾਨੀ। ਕਿਰਪਾ ਦੇ ਘਰ ਗੁਰੂ ਨਾਨਕ ਦੇਵ ਜੀ ਗੁਣਾਂ ਦੀ ਖਾਨ ਬੋਲੇ ਨੇ। ਜੇ ਪਰਮੇਸ਼ਰ ਪਰਮ ਪਿਆਰੇ। ਕਹਿਣ ਲੱਗੇ ਨੇ ਗੰਗਾ ਜਿਹੜੇ ਪਰਮੇਸ਼ਰ ਦੇ ਬਹੁਤੇ ਪਿਆਰੇ ਭਗਤ ਹਨ।
ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਜਪਣ ਵਾਲੇ ਪਿਆਰੇ ਤੇਰੇ ਵਿੱਚ ਆ ਕਰਕੇ ਆਪਣੇ ਚਰਨ ਪਾਉਣਗੇ। ਦਰਸ਼ਨ ਤੁਮਰੇ ਕਲਪ ਨਸਾਵੇ ਤੇ ਪਲ ਦੇ ਵਿੱਚ ਜਿਹੜੇ ਤੇਰੇ ਅੰਦਰ ਪਾਪ ਸਮਾਏ ਸਾਰੇ ਨਾਸ਼ ਹੋ ਜਾਣਗੇ ਜੀ। ਜਿਉ ਆਵਤ ਕਾਤਿਕ ਕੋ ਮਾਸਾ ਇਸ ਪ੍ਰਕਾਰ ਜਦੋਂ ਕੱਤਕ ਮਹੀਨੇ ਦਾ ਜਦੋਂ ਕੱਤਕ ਮਹੀਨਾ ਆਵੇਗਾ ਵਿਮਲ ਸੋਧ ਹੋਵੇ ਜਾਤ ਆਕਾਸਾ ਤੇ ਜਿਵੇਂ ਆਕਾਸ਼ ਸ਼ੁੱਧ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ, ਜਿਉ ਨਿਰਮਲ ਹੋਵੇ ਤਤਕਾਲਾ ਇਸ ਪ੍ਰਕਾਰ ਤੂੰ ਉਦੋਂ ਨਿਰਮਲ ਹੋ ਜਾਵੇਂਗੀ, ਪਵਿੱਤਰ ਹੋ ਜਾਵੇਂਗੀ। ਸੰਤਨ ਲੱਛਣ ਸਰੋਹ ਰਸਾਲਾ ਤੇ ਉਹ ਐਸੇ ਸੰਤ ਹੋਣਗੇ ਜਿਹੜੇ ਤੇਰੇ ਵਿੱਚ ਆ ਕਰਕੇ ਇਸ਼ਨਾਨ ਕਰਨਗੇ, ਤੈਨੂੰ ਪਵਿੱਤਰ ਕਰ ਦੇਣਗੇ। ਉਹਨਾਂ ਦੇ ਲੱਛਣ ਸੁਣੋ ਜੀ। ਸੁਖਤਾ ਰਜਤ ਜਗਤ ਕੋ ਜਾਣਤ ਜਿਵੇਂ ਨਦੀਆਂ ਦੇ ਕਿਨਾਰੇ ਸਿੱਟੀਆਂ ਪਈਆਂ ਹੁੰਦੀਆਂ ਨੇ, ਸਿੱਟੀਆਂ ਦੇ ਵਿੱਚ ਥੋੜਾ ਥੋੜਾ ਜਲ ਖੜਾ ਹੁੰਦਾ ਤੇ ਜਦੋਂ ਸਿੱਟੀਆਂ ਦੇ ਉੱਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤਾਂ ਦੂਰੋਂ ਵੇਖਣ ਵਾਲੇ ਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਚਾਂਦੀ ਚਮਕ ਰਹੀ ਹੈ, ਪਰ ਹੁੰਦੀ ਨਹੀਂ, ਹੁੰਦੀਆਂ ਉਹ ਸਿੱਟੀਆਂ ਤੇ ਜਾਲ। ਇਸ ਪ੍ਰਕਾਰ ਜਿਵੇਂ ਝੂਠ ਨਜ਼ਰ ਆਉਂਦਾ ਇਹਨਾਂ ਦੂਰੋਂ ਖੜਿਆ, ਇਦਾਂ ਪਰਮੇਸ਼ਰ ਦੇ ਜਿਹੜੇ ਸੰਤ ਮਹਾਂਪੁਰਖ ਲੋਕ ਨੇ ਉਹਨਾਂ ਨੂੰ ਸਾਰਾ ਸੰਸਾਰ, ਸਾਰੇ ਸੰਸਾਰ ਦੇ ਪਦਾਰਥ ਝੂਠੇ ਜਾਪਦੇ ਨੇ। ਹਰਕ ਸੋਕ ਮਹਿ ਰਹਿਤ ਸਮਾਨਤ ਭਾਵੇਂ ਖੁਸ਼ੀ ਦਾ ਸਮਾਂ ਆਵੇ, ਭਾਵੇਂ ਦੁੱਖ ਦਾ ਸਮਾਂ ਬਣ ਜਾਵੇ, ਪਰ ਇੱਕ ਰਸ ਕੋ ਰਹਿੰਦੇ ਨੇ। ਨਿਤ ਪਰ ਉਪਕਾਰੀ ਉਹਨਾਂ ਦਾ ਹਿਰਦਾ ਹਮੇਸ਼ਾ ਹੀ ਨਿਰਮਲ, ਉਜਲ ਤੇ ਕੋਮਲ ਰਹਿੰਦਾ ਹੈ। ਵਿਖੇ ਬਾਸਨਾ ਉਤੇ ਜਾਰੀ ਤੇ ਪਰ ਉਪਕਾਰੀ ਉਹਨਾਂ ਦਾ ਸੁਭਾਅ ਹੁੰਦਾ ਹੈ, ਜੋ ਵਿਸ਼ੇ ਵਿਕਾਰ ਨੇ ਜਾਣੋ ਮਨ ਤੋਂ ਸਾੜ ਦਿੱਤੇ ਹੋਣ। ਦੁਖ ਦੇਖ ਦੁਖੀ ਹੋਵੇ ਜਾਹੀ ਐਸਾ ਉਹਨਾਂ ਸੰਤਾਂ ਦਾ ਸੁਭਾਅ ਹੁੰਦਾ ਹੈ, ਕਿਸੇ ਨੂੰ ਦੁਖੀ ਵੇਖ ਕਰਕੇ ਦੁਖੀ ਹੁੰਦੇ ਨੇ। ਪਾਸਖ ਲੱਖ ਹਰਖੇ ਮਨ ਮਾਹੀ ਪਰ ਕਿਸੇ ਸੁਖੀ ਦੇ ਦਰਸ਼ਨ ਹੋ ਜਾਣ ਫਿਰ ਬਹੁਤੇ ਪ੍ਰਸੰਨ ਹੁੰਦੇ ਨੇ। ਹਰ ਸਿਮਰਨ ਕੇ ਰੰਗੇ ਰੰਗਾ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਰੰਗੇ ਹੁੰਦੇ ਨੇ। ਦਰੂਪ ਨਾ ਮੋਹ ਨਾ ਮਾਨ ਪਤੰਗਾ ਉਹਨਾਂ ਦੇ ਮਨ ਵਿੱਚ ਰਤੀ ਪਰ ਵੀ ਧੋਖਾ ਕਪਟ ਛਲ ਨਹੀਂ ਹੁੰਦਾ। ਤਨ ਕੇ ਚਰਨ ਸੰਗ ਅਗ ਤੇਰੇ ਇਸ ਪ੍ਰਕਾਰ ਜਦੋਂ ਇਹ ਐਸੇ ਲੋਕਾਂ ਦੇ ਜਿਹੜੇ ਚਰਨ ਤੈਨੂੰ ਸਪਰਸ਼ ਕਰਨਗੇ ਉਹੇ ਨਸ਼ਟ ਰਹਿ ਲਾਗੇ ਤੇਰੇ ਤੇ ਦੇਰੀ ਨਹੀਂ ਲੱਗੇਗੀ, ਪਲ ਦੇ ਵਿੱਚ ਤੇਰੇ ਸਾਰੇ ਪਾਪ ਨਾਸ਼ ਹੋਣਗੇ। ਇਹ ਗੰਗਾ ਪਵਿੱਤਰ ਹੋਵੇਗੀ। ਸ੍ਰੀ ਗੰਗਾ ਜੀ ਸੁਣ ਕੇ ਗਾਥਾ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਦੇ ਜਦੋਂ ਬਚਨ ਸੁਣੇ ਨੇ, ਪਾਸੇ ਹੱਥ ਪੈਰ ਜਗਨਾਥਾ ਇਸ ਪ੍ਰਕਾਰ ਆਪਣੇ ਹੱਥਾਂ ਦੇ ਨਾਲ ਸਤਿਗੁਰਾਂ ਦੇ ਚਰਨ ਪਰਸੇ ਨੇ। ਦੋਹਰਾ ਪਾਸਤ ਹੀ ਨਿਰਮਲ ਭਾਈ ਜਦੋਂ ਆਪਣੇ ਹੱਥ ਉਸ ਗੰਗਾ ਦੇਵੀ ਨੇ ਸਤਿਗੁਰਾਂ ਦੇ ਚਰਨਾਂ ਨੂੰ ਲਾਏ ਨੇ ਨਾ, ਤੇ ਇਸ ਪ੍ਰਕਾਰ ਪਲ ਦੇ ਵਿੱਚ ਨਿਰਮਲ ਹੋਈ। ਦੇਖੋ ਗੁਰੂ ਨਾਨਕ ਦੇਵ ਜੀਆਂ ਨੇ ਆਪਣੀ ਬਾਬਤ ਨਹੀਂ ਦੱਸਿਆ ਕਿ ਅਸੀਂ ਤੈਨੂੰ ਨਿਰਮਲ ਕਰਾਂਗੇ, ਉਜਲ ਕਰਾਂਗੇ। ਆਪਣਿਆਂ ਗੁਰਸਿੱਖਾਂ ਤਾਈਂ ਨਾਮ ਜਪਣ ਵਾਲੇ ਜਿਹੜੇ ਸੰਤ ਮਹਾਂਪੁਰਖ ਲੋਕ ਨੇ ਉਹਨਾਂ ਤਾਈਂ ਵਡਿਆਈ ਬਖਸ਼ੀ ਹੈ। ਪਰ ਜਦੋਂ ਜਾਂਦੇ ਜਾਂਦੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਤੇ ਪਲ ਦੇ ਵਿੱਚ ਨਿਰਮਲ ਹੋਈ ਹੈ। ਜਿਉ ਪਟ ਸਾਬਨ ਸਾਥ ਜਿਵੇਂ ਕੋਈ ਮੈਲਾ ਕੱਪੜਾ ਸਾਬਣ ਦੇ ਨਾਲ ਸਾਫ਼ ਹੋ ਜਾਂਦਾ ਹੈ ਨਾ, ਏਦਾਂ ਸਤਿਗੁਰਾਂ ਦੇ ਚਰਨ ਪਰਸ ਕਰਕੇ ਉਹ ਗੰਗਾ ਨਦੀ ਨਿਰਮਲ ਹੋਈ ਹੈ। ਕਹਿਤ ਉਪਾਇ ਲੀਜੀਏ ਕਹਿਣ ਲੱਗੀ ਮਹਾਰਾਜ ਵੇਖੋ ਕਿੰਨੇ ਹੀਰੇ ਮੋਤੀ ਆਦਿਕ ਨਿਰਮੋਲ ਪਦਾਰਥ ਨੇ ਆਪ ਜੀਆਂ ਵਾਸਤੇ ਲਿਆਈਆਂ, ਪ੍ਰਵਾਨ ਕਰੋ। ਤੁਮੋ ਦੀਨਾਨਾਥ ਆਪ ਜੀ ਦੀਨਾਂ ਦੇ ਨਾਥ, ਕਿਰਪਾਲੂ ਦਿਆਲੂ ਸਤਿਗੁਰੂ ਹਮ। ਚੌਪਈ ਸੁਣ ਕਰ ਸ੍ਰੀ ਗੁਰੂ ਗ੍ਰੰਥ ਉਚਾਰੇ ਇਸ ਪ੍ਰਕਾਰ ਉਹਦੇ ਬਚਨ ਸੁਣ ਕਰਕੇ ਮਹਾਰਾਜ ਬੋਲੇ ਨੇ, ਇਹ ਤਨ ਨਹੀਂ ਕਿਛ ਕਾਜ ਹਮਾਰੇ ਕਿ ਭਾਈ ਜੋ ਤੂੰ ਇਹ ਧਨ ਲੈ ਕੇ ਆਈਆਂ ਨੇ ਬੜਾ ਕੀਮਤੀ, ਪਰ ਇਹ ਸਾਡੇ ਕਿਸੇ ਵੀ ਕੰਮ ਦਾ ਨਹੀਂ ਹੈ।
ਭੰਡਾਰਾ। ਏਦਾਂ ਕਰੋ, ਜਿੰਨਾ ਧਨ ਲੈ ਕੇ ਆਏ ਹੋ ਇਹ ਸਾਰਾ ਭੋਜਨ ਛਕਾਓ ਜਿਹੜੇ ਇੱਥੇ ਭੁੱਖੇ ਸਾਧੂ ਫਿਰਦੇ ਨੇ। ਨਿਤ ਪਰਮੇਸ਼ਰ ਦਿਓ ਤੇ ਆਹਾਰ। ਅਕਾਲ ਪੁਰਖ ਵਾਹਿਗੁਰੂ ਦੀ ਬਾਬਤ ਵੀ ਭੋਜਨ ਕੱਢੋ ਜੀ। ਗੰਗਾ ਕਹੈ ਤਰ ਕਿਰਪਾ ਗੁਸਾਈ। ਕਹਿਣ ਲੱਗੀ, ਮਹਾਰਾਜ ਜਿਵੇਂ ਆਪ ਜੀ ਕਹਿੰਦੇ ਹੋ ਉਵੇਂ ਕਰਦੀ ਹਾਂ। ਨੌਮਾ ਵੀ ਅਸਨ ਅਚਹੋ ਤਹ ਆਈ। ਪਰ ਮਹਾਰਾਜ ਜਦੋਂ ਭੋਜਨ ਦਾ ਭੰਡਾਰਾ ਕੀਤਾ ਤੇ ਆਪ ਜੀ ਵੀ ਛਕਣ ਜ਼ਰੂਰ ਆਇਓ। ਅਸ ਪ੍ਰਕਾਰ ਕਹੈ ਬਹੁਰ ਪਧਾਰੀ। ਏਦਾਂ ਕਹਿ ਕਰਕੇ ਵਾਪਸ ਆਪਣੇ ਵਿੱਚ ਆਪਣੇ ਜਲ ਵਿੱਚ ਲੀਨ ਹੋਈ ਹੈ। ਭਾਈ ਹੋਰ ਬੁੱਧ ਤਿਉ ਤਿਮਰਾਰੀ। ਇਸ ਪ੍ਰਕਾਰ ਜਦੋਂ ਰਾਤ ਬਤੀਤ ਹੋਈ ਤੇ ਅੰਮ੍ਰਿਤ ਵੇਲਾ ਹੋਇਆ ਹੈ। ਤਬ ਕੀ ਸੋਸਰ ਤੀਨ ਭੰਡਾਰਾ। ਇਸ ਪ੍ਰਕਾਰ ਜਿਹੜੀ ਗੰਗਾ ਨਦੀ ਹੈ ਨਾ ਉਹਨੇ ਫਿਰ ਇੱਕ ਜਗ ਭੰਡਾਰਾ ਕੀਤਾ ਹੈ। ਨਾਨਾ ਵਿਦਕੇ ਬਣੇ ਅਪਾਰਾ। ਬੜੇ ਸੁੰਦਰ ਪ੍ਰਕਾਰਾਂ ਦੇ ਗੰਗਾ ਦੇ ਕਿਨਾਰੇ ਭੋਜਨ ਤਿਆਰ ਹੋਏ ਨੇ। ਸਰਬ ਸੋਰਨ ਕੋ ਕੀਨ ਅਵਾਹਨ। ਇਸ ਪ੍ਰਕਾਰ ਸਾਰੇ ਜਿਹੜੇ ਸਵਰਗਾਂ ਦੇ ਵਾਸੀ ਦੇਵਤੇ ਹਨ ਉਹਨਾਂ ਨੂੰ ਵੀ ਸੱਦਾ ਭੇਜਿਆ ਹੈ। ਦਹਿਸ਼ਨ ਆਏ ਜਿਹ ਜਲ ਪਾਵਨ। ਇਸ ਪ੍ਰਕਾਰ ਸਾਰੇ ਹੀ ਰਲ ਮਿਲ ਕੇ ਪਰਿਵਾਰਾਂ ਦੇ ਸਮੇਤ ਆਏ ਨੇ ਕਿ ਗੰਗਾ ਨੇ ਜਗ ਕੀਤਾ ਹੈ। ਨਾਦ ਸ੍ਰੀ ਬ੍ਰਹਮਾ ਸੰਗ ਇਸ ਆਵਾ। ਪ੍ਰਕਾਰ ਨਾਰਦ ਮੁਨੀ ਸ਼੍ਰੀ ਬ੍ਰਹਮਾ ਜੀ ਵਰਗੇ ਆਏ ਨੇ। ਗੌਰੀ ਸੋ ਸ੍ਰੀ ਸਾਂਭ ਸੁਭਾਵਾ। ਇਸ ਪ੍ਰਕਾਰ ਜੋ ਪਾਰਵਤੀ ਹੈ ਤੇ ਭਗਵਾਨ ਸ਼ਿਵ ਜੀ ਇਹ ਵੀ ਆਏ ਹਨ। ਸਸ ਸਬਦਾ ਸੰਕਾਦਕ ਪਾਵਕ। ਤੇ ਬ੍ਰਹਮੇ ਦੇ ਚਾਰੇ ਪੁੱਤਰ ਸੂਰਜ ਅਤੇ ਚੰਦ ਵੀ ਆਏ ਨੇ। ਕਾਰਨ ਕੁਬੇਰ ਸਮੀਰ ਵਿਨਾਇਕ। ਜੋ ਜਲ ਦਾ ਦੇਵਤਾ ਹੈ, ਜੋ ਹਵਾ ਦਾ ਦੇਵਤਾ ਹੈ, ਜੋ ਅਗਨੀ ਦੇਵਤਾ ਸਾਰੇ ਪ੍ਰਗਟ ਹੋਏ ਨੇ। ਇੰਦਰ ਆਦਿ ਜੋ ਹੈ ਸੁਰ ਸਾਰੇ। ਔਰ ਇੰਦਰ ਤੋਂ ਲੈ ਕਰਕੇ ਸਾਰੇ ਹੀ ਪਹੁੰਚੇ ਨੇ। ਸਭ ਆਏ ਸੁਰ ਨਦੀ ਹਕਾਰੇ। ਸਾਰੇ ਹੀ ਜਿੱਥੇ ਸੱਦਾ ਦਿੱਤਾ ਸੀ ਗੰਗਾ ਦੇ ਕਿਨਾਰੇ ਪਹੁੰਚੇ ਨੇ। ਮਨ ਜਪੀ ਸਤੀ ਸੰਨਿਆਸੀ। ਜਿੰਨੇ ਵੀ ਰਿਸ਼ੀ ਮੁਨੀ ਸਨ, ਜਤੀ ਸਤੀ ਸੰਨਿਆਸੀ ਲੋਕ ਸਨ। ਤਪੀ ਦਿਗੰਬਰ ਆਏ ਰਾਸੀ। ਪਾਪ ਕਰਨ ਵਾਲੇ ਦਿਗੰਬਰ ਮੁਨੀ ਆਦਿਕ ਪਹੁੰਚੇ ਨੇ। ਸੌਰ ਸ਼ਬਦ ਤੇ ਰੂਪ ਕੋ ਧਾਰੇ। ਇਸ ਪ੍ਰਕਾਰ ਜਦੋਂ ਆਏ ਨੇ ਤੇ ਆ ਕਰਕੇ ਸਾਰਿਆਂ ਨੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ। ਸ੍ਰੀ ਨਾਨਕ ਗੁਣ ਕਹਾਂ ਪਧਾਰੇ। ਤੇ ਗੁਰੂ ਨਾਨਕ ਦੇਵ ਜੀ ਵੀ ਇੱਥੇ ਪਹੁੰਚੇ ਹੋਏ ਨੇ। ਮਿਲ ਕੇ ਸਰਬ ਕਰਹਿ ਪਦ ਬੰਦਨ। ਸਾਰੇ ਦੇਵੀ ਦੇਵਤੇ ਰਲ ਕਰਕੇ ਗੁਰੂ ਨਾਨਕ ਦੇਵ ਜੀਆਂ ਦੇ ਚਰਨ ਪਰਸਦੇ ਨੇ। ਮਹਿਮਾ ਜਾਣੇ ਕਲਪ ਨਿਕੰਦਨ। ਇਸ ਪ੍ਰਕਾਰ ਜਾਣਦੇ ਨੇ ਸਤਿਗੁਰਾਂ ਦੀ ਮਹਿਮਾ ਕਿ ਇਹ ਦੁੱਖਾਂ ਨੂੰ ਕੱਟਣ ਵਾਲੇ ਨੇ। ਔਰ ਸੇਵ ਸੁਰ ਸਰਬ ਸੁਮਾਰੀ। ਇਸ ਪ੍ਰਕਾਰ ਜਦੋਂ ਸਾਰੇ ਦੇਵੀ ਦੇਵਤਿਆਂ ਨੇ ਰਲ ਕਰਕੇ ਸੇਵਾ ਕੀਤੀ ਹੈ। ਜਾਮੀ ਜੇ ਅਪਾਰ ਕੀ ਤਿਆਰੀ। ਇੰਨੇ ਕੁ ਸਮੇਂ ਨੂੰ ਭੋਜਨ ਛਕਣ ਦਾ ਸਮਾਂ ਹੋਇਆ ਹੈ। ਸ੍ਰੀ ਨਾਨਕ ਕਰਮ ਹੈ ਜਲ ਧਾਰਨ। ਤੇ ਗੁਰੂ ਨਾਨਕ ਦੇਵ ਜੀਆਂ ਨੂੰ ਆਉਂਦਿਆਂ ਵੇਖ ਕਰਕੇ ਕੁਝ ਦੇਵਤਿਆਂ ਨੇ ਹੱਥਾਂ ਵਿੱਚ ਜਲ ਪਕੜਿਆ ਹੈ। ਸਾਡੀ ਸੇਵਾ ਚਰਨ ਪਖਾਰਨ। ਪੰਗਤ ਵਿੱਚ ਬੈਠਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀਆਂ ਦੇ ਹੱਥ ਔਰ ਚਰਨ ਧਵਾਏ ਨੇ। ਇਸ ਪ੍ਰਕਾਰ ਸਭ ਅਚਿਓ ਅਪਾਰਾ। ਇਸ ਪ੍ਰਕਾਰ ਸਾਰੇ ਦੇਵੀ ਦੇਵਤੇ ਭਾਈ ਬਾਲਾ ਮਰਦਾਨਾ ਔਰ ਗੁਰੂ ਨਾਨਕ ਦੇਵ ਜੀਆਂ ਨੇ ਬੈਠ ਕੇ ਭੋਜਨ ਛਕਿਆ ਹੈ। ਔਰ ਹਰ ਕੇ ਗੁਰਦਾਸ ਨਿਹਾਰਾ। ਤੇ ਗੁਰੂ ਨਾਨਕ ਦੇਵ ਜੀਆਂ ਦੇ ਦਰਸ਼ਨ ਕਰ ਕਰਕੇ ਪ੍ਰਸੰਨ ਹੁੰਦੇ ਨੇ। ਬਹੁਰੋ ਕਰ ਕਰ ਚਰਨ ਪ੍ਰਣਾਮੋ। ਜਿਵੇਂ ਜਿਵੇਂ ਜਿਸਨੇ ਭੋਜਨ ਛਕਿਆ ਹੈ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਗਮਨ ਕੀਓ ਸਭ ਆਪਣੇ ਧਾਮੋ। ਆਪੋ ਆਪਣੇ ਘਰਾਂ ਆਪੋ ਆਪਣੀਆਂ ਪੁਰੀਆਂ ਨੂੰ ਦੇਵਤੇ ਗਏ ਨੇ। ਗੁਣ ਸ੍ਰੀ ਗੰਗਾ ਬੰਦਨ ਕਰਕੇ। ਤੇ ਅਖੀਰ ਦੇ ਵਿੱਚ ਗੰਗਾ ਨੇ ਬੰਦਨਾ ਨਮਸਕਾਰ ਕੀਤੀ ਹੈ। ਆਪਨ ਪ੍ਰਭਾਵ ਸਮਾਈ ਕਰਕੇ। ਤੇ ਵਾਪਸ ਆਪਣੀਆਂ ਛੱਲਾਂ ਦੇ ਵਿੱਚ ਸਮਾ ਗਈ ਹੈ। ਜਿਉ ਹਮਹੀ ਪੁੱਤਰੀ ਕਿਤ ਹੋਏ। ਭਾਈ ਬਾਲਾ ਜੀ ਕਹਿੰਦੇ ਜਦੋਂ ਗੰਗਾ ਇਸ ਪ੍ਰਕਾਰ ਜਲ ਤੋਂ ਬਾਹਰ ਆਈ ਸੀ ਜਾਣੋ ਜਿਵੇਂ ਬਰਫ਼ ਜੰਮੀ ਹੋਵੇ। ਲਗੇ ਤੇ
ਜਗ ਉਪਤ ਸੋਏ। ਤੇ ਜਿਵੇਂ ਗਰਮੀ ਲੱਗਣ ਤੇ ਗਰਮੈਸ਼ ਹੋਣ ਤੇ ਖੁਰ ਕਰਕੇ ਜਿਹੜੀ ਬਰਫ਼ ਵਾਪਸ ਜਲ ਬਣ ਜਾਂਦੀ, ਪਾਣੀ ਬਣ ਜਾਂਦੀ ਹੈ ਨਾ, ਏਦਾਂ ਸਤਿਗੁਰਾਂ ਦੇ ਚਰਨ ਪਰਸ ਕਰਕੇ ਵਾਪਸ ਜਲ ਦੇ ਵਿੱਚ ਜਲ ਬਣ ਕੇ ਸਮਾਈ ਹੈ। ਮਿਲਹਿ ਪਰਸ ਪਰ ਨਰਕ ਹੈ। ਇਸ ਪ੍ਰਕਾਰ ਜਿਹੜੇ ਉਥੋਂ ਦੇ ਵਸਣ ਵਾਲੇ ਲੋਕ ਨੇ, ਬ੍ਰਾਹਮਣ ਲੋਕ, ਆਪਸ ਵਿੱਚ ਗੱਲਾਂ ਕਰਦੇ ਨੇ ਭੰਡਾਰਾ ਕੀਨਾ, ਕਿ ਇਹ ਜਿਹੜਾ ਭੰਡਾਰਾ ਹੈ ਇਹ ਕਿਸ ਨੇ ਕੀਤਾ ਹੈ। ਸਭ ਕੋ ਸੰਸਾ ਹੋਤ ਪਾ, ਸਾਰਿਆਂ ਦੇ ਮਨਾਂ ਦੇ ਅੰਦਰ ਭਾਰੀ ਸ਼ੰਕਾ ਹੈ ਨਾਮ ਨ ਕਿਨਹੂ ਚੀਨਾ, ਕਿ ਅਸੀਂ ਨਾਮ ਜਾਣਦੇ ਨਹੀਂ। ਇਸ ਪ੍ਰਕਾਰ ਜਿਹੜੇ ਇੱਥੇ ਲੋਕ ਛਕਣ ਵਾਲੇ ਸਨ ਤੇ ਜੋ ਛਕਾਉਣ ਵਾਲੇ ਸਨ, ਚੌਪਈ ਕਿਤਕ ਦਿਵਸ ਗੰਗਾ ਕੇ ਤੀਰਾ, ਕੁਝ ਕੁ ਦਿਨ ਮਹਾਰਾਜ ਉਸ ਗੰਗਾ ਨਦੀ ਦੇ ਕਿਨਾਰੇ ਭਾਗਤ ਦਰੜਾਈ ਗੁਨੀ ਕਹੀਰਾ, ਮਹਾਰਾਜੀਆਂ ਨੇ ਪਰਮੇਸ਼ਰ ਦੀ ਭਗਤੀ ਉਦੋਂ ਦੇ ਵਸਣ ਵਾਲੇ ਲੋਕਾਂ ਨੂੰ ਦ੍ਰਿੜ ਕਰਵਾਈ ਹੈ। ਹੁਣ ਅਗਰਤ ਕੋ ਕੀਨ ਪਿਆਨਾ, ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪ੍ਰਕਾਰ ਹਰਿਦੁਆਰ ਤੋਂ ਅੱਗੇ ਚੱਲੇ ਨੇ। ਜਿਨ ਕੇ ਨਾਮ ਜਪੇ ਦੁਖ ਹਾਨਾ, ਐਸੇ ਗੁਰੂ ਨਾਨਕ ਪਾਤਸ਼ਾਹ ਨੇ ਜਿਨ੍ਹਾਂ ਦੇ ਨਾਮ ਜਪਣ ਦੇ ਨਾਲ ਸਾਰੇ ਹੀ ਦੁੱਖ ਨਾਸ਼ ਹੁੰਦੇ ਨੇ। ਦੁਪਰਾ ਜਗਤ ਜੋਤ ਜਗ ਮਗਤ ਜੋਤ, ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਦੀ ਜੋ ਪਵਿੱਤਰ ਗੁਰਬਾਣੀ ਹੈ ਉਹ ਇੱਕ ਪ੍ਰਕਾਸ਼ ਵਰਗੀ ਹੈ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਇਸ ਪ੍ਰਕਾਰ ਜਿਹੜੀ ਸਤਿਗੁਰਾਂ ਦੀ ਗੁਰਬਾਣੀ ਹੈ ਉਹ ਇੱਕ ਚਾਨਣ ਵਰਗੀ ਹੈ। ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਜਾਂ ਇਸ ਪ੍ਰਕਾਰ ਜਿਹੜੇ ਲੋਕ ਅਗਿਆਨ ਦੇ ਹਨੇਰੇ ਵਿੱਚ ਫਸੇ ਹੋਏ ਨੇ ਨਾ, ਤੇ ਗੁਰਬਾਣੀ ਪੜ੍ਹਨ ਲੱਗ ਜਾਣ, ਜਿਵੇਂ ਅੰਨੇ ਨੂੰ ਅੱਖਾਂ ਮਿਲ ਜਾਣ, ਜਿਵੇਂ ਹਨੇਰੇ ਵਿੱਚ ਰੋਸ਼ਨੀ ਮਿਲ ਜਾਵੇ, ਜਿਵੇਂ ਰਾਤ ਤੋਂ ਬਾਅਦ ਸੂਰਜ ਦਾ ਚਾਨਣ ਹੁੰਦਾ ਹੈ, ਏਦਾਂ ਉਹਨਾਂ ਦੇ ਜੀਵਨਾਂ ਅੰਦਰ ਰੋਸ਼ਨੀ ਆਉਂਦੀ ਹੈ ਤੇ ਜਿਹੜਾ ਧਰਮ ਦਾ ਰਸਤਾ ਪਤਾ ਲੱਗਦਾ ਹੈ। ਨਿਤ ਅਗਮਤ ਚਿਤੇਤ, ਐਸੀ ਸਤਿਗੁਰਾਂ ਦੀ ਗੁਰਬਾਣੀ ਹੈ, ਹਰ ਰੋਜ਼ ਇੱਛਾ ਪੂਰੀਆਂ ਕਰਦੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਬਸ ਹੈ ਕੰਮ ਤੇਰਾ। ਐਸੀ ਗੁਰਬਾਣੀ ਹੈ ਜੋ ਮਨ ਦੀਆਂ ਮੁਰਾਦਾਂ ਇੱਛਾਵਾਂ ਪੂਰਨ ਕਰਦੀ ਹੈ ਹਰੀ ਮੰਗਲ ਕਰੀ, ਤੇ ਜੀਵਨ ਅੰਦਰ ਜਿਹੜੇ ਸੂਲਾਂ ਵਰਗੇ ਕੰਡਿਆਂ ਵਰਗੇ ਦੁੱਖ ਨੇ ਉਹ ਨਾਸ਼ ਕਰਦੀ ਹੈ ਤੇ ਖੁਸ਼ੀ ਦੇ ਖੰਭ ਬਖਸ਼ਦੀ ਹੈ। ਜੈ ਜੈ ਕਿਰਪਾ ਨਿਕੇਤ, ਇਸ ਲਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਜੈ ਹੋਵੇ ਐਸੀ ਕਿਰਪਾ ਦਾ ਘਰ ਹੈ ਗੁਰਬਾਣੀ। ਸ੍ਰੀ ਬਾਲਾ ਸੰਦਰਵਾਚ, ਸੰਧੂ ਗੋਤ ਨਾਲ ਸੰਬੰਧ ਰੱਖਣ ਵਾਲੇ ਭਾਈ ਬਾਲਾ ਜੀ ਅਗਲਾ ਇਤਿਹਾਸ ਆਰੰਭ ਕਰਦੇ ਨੇ। ਚੌਪਈ ਸ੍ਰੀ ਫੇਰੂ ਸੁਤ ਸੁਣੀਏ ਕਥਾ, ਇਹ ਬਾਬਾ ਫੇਰੂ ਜੀ ਦੇ ਪੁੱਤਰ ਗੁਰੂ ਅੰਗਦ ਦੇਵ ਜੀ ਮਹਾਰਾਜ, ਵਿਕੀ ਜਥਾ ਮੈਂ ਕਥ ਕੋ ਤਥਾ, ਭਾਈ ਬਾਲਾ ਜੀ ਕਹਿੰਦੇ ਜਿਵੇਂ ਜਿਵੇਂ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਰਹਿ ਕਰਕੇ ਮੈਂ ਇਸ ਪ੍ਰਕਾਰ ਜਿਹੜੇ ਸਥਾਨਾਂ ਦੇ ਦਰਸ਼ਨ ਕੀਤੇ ਨੇ ਤੇ ਮੈਂ ਇਸ ਪ੍ਰਕਾਰ ਹੀ ਆਪ ਜੀਆਂ ਨੂੰ ਕਥਾ ਸੁਣਾਉਂਦਾ ਹਾਂ। ਆਗੇ ਗਮਨ ਕੀਨ ਗੁਣ ਖਾਨੀ, ਹਰਿਦੁਆਰ ਗੰਗਾ ਦੇ ਇਲਾਕੇ ਤੋਂ ਮਹਾਰਾਜ ਜੀ ਅੱਗੇ ਤੁਰੇ ਨੇ। ਨਾਮ ਉਦਾਹਰਨ ਜਿਨ ਮਨ ਬਾਨੀ, ਜਿਨ੍ਹਾਂ ਦੇ ਮਨਾਂ ਦੇ ਅੰਦਰ ਭੁੱਲੇ ਭਟਕੇ ਲੋਕਾਂ ਨੂੰ ਰਾਹੇ ਪਾਉਣ ਦੀ ਇੱਛਾ ਹੈ। ਭੁਜੰਗ ਛੰਦ ਚਲੇ ਜਾਤ ਮੋ ਸੰਗ, ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਅੱਗੇ ਅੱਗੇ ਜਾਂਦੇ ਨੇ। ਭਾਈ ਬਾਲਾ ਜੀ ਕਹਿੰਦੇ ਮੈਂ ਔਰ ਭਾਈ ਮਰਦਾਨਾ ਪਿੱਛੇ ਪਿੱਛੇ ਜਾਂਦੇ ਹਾਂ। ਬੋਲੇ ਕਿਰਪਾਲਾ, ਤੇ ਇਸ ਪ੍ਰਕਾਰ ਜਾਂਦੇ ਹੋਏ ਸਤਿਗੁਰੂ ਜੀ ਬੋਲੇ ਨੇ, ਅਬੈ ਦੇਖੀਏ ਨਾਨਕੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਆਓ ਤੁਹਾਨੂੰ ਵਿਖਾਈਏ ਵਿਰਾਜ ਸਾਲਾ, ਜਿਹੜੀ ਕਾਮ ਕੀ ਬ੍ਰਿਜਸ਼ਾਲਾ ਹੈ, ਭਾਵ ਕ੍ਰਿਸ਼ਨ ਜੀਆਂ ਦਾ ਜਿੱਥੇ ਵਸੇਰਾ ਸੀ। ਜਹਾਂ ਅਵਤਾਰ ਧਰਿਓ ਕਿਸ ਨਾਸੂ, ਤੇ ਜਿੱਥੇ ਇਸ ਪ੍ਰਕਾਰ ਕੰਸ ਨੂੰ ਨਾਸ਼ ਕਰਨ ਵਾਲੇ ਸ਼੍ਰੀ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ ਹੈ। ਕਿਉਂ ਹੋਏ ਕਲੋਲੰ ਜਸ਼ਦਾ ਅਵਾਸੂ, ਇਸ ਪਰ ਕੀਓ ਹੈ ਕਲੋਲਨ ਜਸੋਦਾ ਆਵਾਸੂ।
ਤੇ ਜਿੱਥੇ ਮਾਤਾ ਯਸ਼ੋਦਾ ਦੀ ਇਸ ਪ੍ਰਕਾਰ ਬੁੱਕਲ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਕਲੋਲਾਂ ਕੀਤੀਆਂ ਨੇ, ਖੇਡਾਂ ਖੇਡੀਆਂ ਨੇ। ਆਓ ਹੁਣ ਤੁਹਾਨੂੰ ਉਸ ਇਲਾਕੇ ਦੇ ਦਰਸ਼ਨ ਕਰਵਾਉਂਦੇ ਹਾਂ। ਸਵਈਆ ਰੱਬ ਕੀ ਤਨਿਆ ਜਹ ਸੁੰਦਰ ਰਾਜਤ, ਜਿੱਥੇ ਸੂਰਜ ਦੀ ਪੁੱਤਰੀ ਜਮਨਾ ਨਦੀ ਦਾ ਵਾਸਾ ਹੈ। ਖੇਲਤ ਸਿਆਮ ਮਹਾ ਸੁਖ ਪਾਇਓ, ਤੇ ਜਿੱਥੇ ਸ਼ਿਆਮ ਸੁੰਦਰ ਸ਼੍ਰੀ ਕ੍ਰਿਸ਼ਨ ਜੀਆਂ ਨੇ ਖੇਡਦੇ ਹੋਏ ਬਹੁਤਾ ਸੁਖ ਪਾਇਆ ਹੈ। ਗਿਰਹਿ ਚੜ ਢੀਠ ਚਰਾਵਨ, ਜਿਸ ਪਹਾੜ ਦੇ ਉੱਪਰ ਚੜ੍ਹ ਕਰਕੇ ਸ਼੍ਰੀ ਕ੍ਰਿਸ਼ਨ ਜੀ ਗਾਵਾਂ ਚਰਾਉਂਦੇ ਸੀ। ਦੀਨ ਧਰਮ ਭਾਰ ਕੋ ਜਾਹੇ ਮਿਟਾਇਓ, ਤੇ ਇਸ ਪ੍ਰਕਾਰ ਜਿਹੜੇ ਧਰਤੀ ਦੇ ਉੱਪਰ ਦੁੱਖ ਸਨ ਉਹਨਾਂ ਨੇ ਅਵਤਾਰ ਧਾਰਨ ਕਰਕੇ ਨਾਸ਼ ਕੀਤੇ ਸਨ। ਕੁਲ ਦੈਤਨ ਕੇ ਸਭ ਨਾਸ ਕਰੇ, ਤੇ ਜਿਹੜੀਆਂ ਦੈਤਾਂ ਦੀਆਂ ਕੁੱਲਾਂ ਸਨ ਉਹਨਾਂ ਦਾ ਹੀ ਨਾਸ਼ ਕਰ ਦਿੱਤਾ ਸੀ। ਮਿਲਕ ਵਾਰਨ ਸੰਕ ਮੈਂ ਖੇਲ ਮਚਾਇਓ, ਤੇ ਮਿਲ ਕਰਕੇ ਆਪਣੇ ਸਾਥੀ ਬੱਚਿਆਂ ਦੇ ਨਾਲ ਬਹੁਤਾ ਖੇਡ ਮਚਾਉਂਦੇ ਸਨ। ਹਮ ਸਭ ਏਕੋ ਬੈਨ ਕਹੇ ਜਬ ਲੋ, ਇਸ ਪ੍ਰਕਾਰ ਜਦੋਂ ਗੁਰੂ ਨਾਨਕ ਦੇਵ ਜੀਆਂ ਨੇ ਐਸੇ ਵਚਨ ਕੀਤੇ ਨੇ, ਤਬਲੋ ਬ੍ਰਿਜ ਭੂਮ ਸਮੀਪ ਦਸਾਇਓ, ਭਾਈ ਗਾਲਾ ਜੀ ਕਹਿੰਦੇ ਜਿੱਥੇ ਕ੍ਰਿਸ਼ਨ ਜੀਆਂ ਦਾ ਵਾਸਾ ਸੀ ਉਹਦੇ ਅਸੀਂ ਨੇੜੇ ਪਹੁੰਚੇ ਹਾਂ। ਫਿਰ ਏਕ ਬਿਲੋਕ ਕੇ ਬੈਠ ਗਏ, ਇਸ ਪ੍ਰਕਾਰ ਜਦੋਂ ਇੱਕ ਸੁੰਦਰ ਪਹਾੜ ਵੇਖ ਕਰਕੇ ਮਹਾਰਾਜ ਬੈਠ ਗਏ ਨੇ। ਤਬ ਬੈਨ ਭਨੇ ਗੁਰ ਸੋ ਮਰਦਾਨਾ, ਤੇ ਭਾਈ ਮਰਦਾਨਾ ਜੀ ਸਤਿਗੁਰਾਂ ਤਾਈਂ ਬੋਲੇ ਨੇ। ਜਮਨਾ ਤਟ ਫੂਟ ਪਰਿਓ ਕਹਿ ਭਾਂਤ ਸੋ, ਕਹਿਣ ਲੱਗੇ ਮਹਾਰਾਜ ਜਮਨਾ ਦੇ ਕਿਨਾਰੇ ਇੱਕੋ ਹੀ ਇਹ ਪਹਾੜ ਖੜਾ ਹੈ। ਦੂਸਰ ਨਾਹਿ ਸਮੀਪ ਦਸਾਨਾ, ਤੇ ਦੂਜਾ ਕੋਈ ਪਹਾੜ ਨੇੜੇ ਨਜ਼ਰ ਨਹੀਂ ਆਉਂਦਾ। ਔਰ ਮੇਰੇ ਸੰਦੇਹ ਭਇਓ ਅਕਸੈ, ਮਹਾਰਾਜ ਮੇਰੇ ਮਨ ਦੇ ਵਿੱਚ ਸ਼ੰਕਾ ਹੈ ਵੀ ਇੱਥੇ ਹੋਰ ਤਾਂ ਕੋਈ ਪਹਾੜ ਹੈ ਹੀ ਨਹੀਂ, ਇੱਕੋ ਪਹਾੜ ਇੱਥੇ ਨਜ਼ਰ ਆਉਂਦਾ ਹੈ। ਸੋਨਾ ਸ੍ਰੀ ਗੁਰੂ ਨਾਨਕ ਬੈਨ ਬਖਾਨਾ, ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਸੁਣ ਕਰਕੇ ਬੋਲੇ ਨੇ। ਜਬ ਰਾਮ ਬੰਧਾਇਓ ਹੈ ਸਾਗਰ ਸੇਤ, ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਇੱਕ ਪਹਾੜ ਦਾ ਕਾਰਨ ਇਹ ਹੈ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਲੰਕਾ ਤਾਈਂ ਪੁਲ ਬੰਨ ਰਹੇ ਸਨ, ਪਰਾ ਤਬ ਕੋ ਗਿਰਹਿ ਇਹ ਥਾਨਾ, ਤੇ ਇਸ ਪ੍ਰਕਾਰ ਉਹ ਸਮੇਂ ਦਾ ਇਹ ਪਹਾੜ ਇੱਥੇ ਟਿਕਿਆ ਹੈ। ਸਭ ਕੀ ਬਿਰਤਾਂਤ ਕਹੋ ਇਹ ਕੋ, ਤੇ ਇਸ ਪ੍ਰਕਾਰ ਤੁਹਾਨੂੰ ਸਾਰਿਆਂ ਇਹ ਬਿਰਤਾਂਤ ਦੱਸਦੇ ਹਾਂ। ਪ੍ਰਭ ਬੈਨ ਭਨੇ ਸੁਣੀਏ ਮਰਦਾਨਾ, ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮਰਦਾਨਾ ਜੀ ਸੁਣਨਾ ਕਰੋ। ਜਬ ਸਾਗਰ ਸੇਤ ਸੰਪੂਰਨ ਭਾ, ਜਦੋਂ ਸਾਰਾ ਪੁਲ ਇਸ ਪ੍ਰਕਾਰ ਸ਼੍ਰੀ ਰਾਮਚੰਦਰ ਜੀਆਂ ਨੇ ਤਿਆਰ ਕਰ ਲਿਆ ਸੀ। ਰਘੁਬੀਰ ਤਬੈ ਇਹ ਭਾਂਤ ਬਖਾਨਾ, ਤੇ ਫਿਰ ਰਘੂਆਂ ਦੀ ਕੁਲ ਦੇ ਨਾਇਕ ਸ਼੍ਰੀ ਰਾਮ ਜੀ ਇਸ ਪ੍ਰਕਾਰ ਵਚਨ ਕਹਿੰਦੇ ਸਨ। ਗਿਰਗੇਰ ਨ ਅਨ ਔਰ ਅਬੈ, ਕਹਿੰਦੇ ਸਨ ਕਿ ਭਾਈ ਹੁਣ ਹੋਰ ਪੱਥਰ ਨਾ ਲਿਆਵੋ। ਤਹਿ ਕਾਲ ਵਿਖੇ ਇਹ ਠਾਂ ਹਨੂਮਾਨਾ, ਤੇ ਉਹਨਾਂ ਸਮਿਆਂ ਦੇ ਵਿੱਚ ਸ਼੍ਰੀ ਹਨੂਮਾਨ ਜੀ ਇੱਥੇ ਰੁਕੇ ਹੋਏ ਸਨ ਕਿ ਜਦੋਂ ਪੁਲ ਬੰਨ ਲਏ ਸਨ ਨਾ ਤੇ ਸਾਰੇ ਹੀ ਦੂਰੋਂ ਦੂਰੋਂ ਇਸ ਪ੍ਰਕਾਰ ਜਿਹੜੇ ਸ਼੍ਰੀ ਰਾਮਚੰਦਰ ਜੀ ਦੇ ਸ਼ਰਧਾਲੂ ਸੇਵਕ ਸਨ, ਚੇਲੇ ਸਨ, ਸਾਰੇ ਹੀ ਪੱਥਰ ਚੱਕ ਚੱਕ ਕੇ ਲਿਆਉਂਦੇ ਸਨ। ਤੇ ਪੱਥਰ ਬੰਨ੍ਹਦਿਆਂ ਤੋਂ ਲਿਆਉਂਦਿਆਂ ਤੋਂ ਇਸ ਪ੍ਰਕਾਰ ਜਦੋਂ ਪੁਲ ਸੰਪੂਰਨ ਹੋਇਆ ਤੇ ਸ਼੍ਰੀ ਰਾਮ ਜੀਆਂ ਨੇ ਕਿਹਾ ਕਿ ਭਾਈ ਹੁਣ ਹੋਰ ਪੱਥਰ ਨਾ ਲਿਆਓ, ਜਿੱਥੇ ਜਿੱਥੇ ਵੀ ਤੁਸੀਂ ਹੋ ਉੱਥੇ ਉੱਥੇ ਹੀ ਇਹ ਪੱਥਰ ਰੱਖ ਦਿਓ। ਤੇ ਮਹਾਰਾਜ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਹਨੂਮਾਨ ਇਸ ਪਹਾੜ ਨੂੰ ਚੱਕ ਕਰਕੇ ਇੱਥੇ ਆਉਂਦੇ ਸਨ। ਚਿਤਪਰ ਧਰ ਬੈਠ ਰਹਾ ਕਿਰਤੋ, ਇਸ ਪ੍ਰਕਾਰ ਪਹਾੜ ਨੂੰ ਇੱਥੇ ਰੱਖ ਕਰਕੇ ਆਪਣੇ ਸੁਆਮੀ ਸ਼੍ਰੀ ਰਾਮ ਜੀਆਂ ਦੇ ਬਚਨ ਸੁਣ ਕਰਕੇ ਹਨੂਮਾਨ ਜੀ ਬੈਠੇ ਸੀ। ਰਘੁਬੀਰ ਕੇ ਤੀਰ ਨਾ ਕੀਨ ਬਿਆਨਾ, ਤੇ ਹਨੂਮਾਨ ਜੀ ਪਹਾੜ ਨੂੰ ਰੱਖ ਕਰਕੇ ਇੱਥੇ ਹੀ ਬਿਰਾਜੇ ਰਹੇ ਤੇ ਸ਼੍ਰੀ ਰਾਮ ਜੀਆਂ ਕੋਲ ਜਾਣਾ ਨਹੀਂ ਕੀਤਾ। ਆਇ ਸਭਾਏ ਤਜੇ ਕਿਰਪਾਂਦਰ, ਇਸ ਪ੍ਰਕਾਰ ਸਾਰਿਆਂ ਨੇ ਸ਼੍ਰੀ ਰਾਮ ਜੀਆਂ ਦੀ ਆਗਿਆ ਪਾ ਕਰਕੇ ਜਿੱਥੇ ਜਿੱਥੇ ਵੀ ਕੋਈ ਪਹਾੜ ਲਈ ਆਉਂਦਾ ਸੀ, ਪੱਥਰ ਲਈ ਆਉਂਦਾ ਸੀ, ਸਾਰਿਆਂ ਨੇ ਉੱਥੇ ਉੱਥੇ ਰੱਖ ਦਿੱਤੇ ਸਨ। ਰਾਮ ਕੇ ਤੀਰ ਗਏ ਸਭ ਧਾਈ, ਤੇ
ਜਿਹੜੇ ਬਾਕੀ ਸਨ ਸ਼੍ਰੀ ਰਾਮ ਜੀਆਂ ਦੇ ਸ਼ਰਧਾਲੂ, ਉਹ ਤਾਂ ਸਾਰੇ ਹੀ ਰਾਮ ਜੀਆਂ ਕੋਲ ਖਾਲੀ ਹੱਥ ਚਲੇ ਗਏ। ਸ੍ਰੀ ਰਘੁਬੀਰ ਬਿਲੋਕ ਤੇ ਕਹੈ ਜਦੋਂ ਰਘੂਆਂ ਦੀ ਕੁਲ ਦੇ ਨਾਇਕ ਸ਼੍ਰੀ ਰਾਮਚੰਦਰ ਜੀਆਂ ਨੇ ਸਾਰਿਆਂ ਦਾ ਹੀ ਵੇਖਿਆ ਹੈ, ਹਨੂਮਾਨ ਬਲੀ ਨਹਿ ਦੇਖ ਦਿਖਾਈ। ਤੇ ਵੇਖ ਕਰਕੇ ਰਾਮ ਜੀ ਕਹਿਣ ਲੱਗੇ, ਭਾਈ ਸਾਡਾ ਬੜੀ ਯੋਧਾ ਕਿਤੇ ਹਨੂਮਾਨ ਨਜ਼ਰ ਨਹੀਂ ਆਉਂਦਾ। ਜੋ ਸੁਣ ਕੇ ਤਹਿ ਸੰਗ ਤੋ ਜੋ ਇਸ ਪ੍ਰਕਾਰ ਜਿਹੜੇ ਸ਼੍ਰੀ ਹਨੂਮਾਨ ਜੀਆਂ ਦੇ ਨਾਲ ਦੇ ਸਾਥੀ ਸਨ ਤੇ ਉਹ ਬੋਲੇ ਨੇ, ਸਭੇ ਕਹਿ ਕੇ ਤਬ ਗਾਥ ਸੁਣਾਈ। ਸਾਰਿਆਂ ਨੇ ਕਿਹਾ ਹੈ ਜੀ ਜਦੋਂ ਪੁਲ ਸੰਪੂਰਨ ਹੋਇਆ ਤੇ ਆਪ ਜੀ ਕਹਿੰਦੇ ਸੀ ਵੀ ਜਿੱਥੇ ਜਿੱਥੇ ਜਿਹਦੇ ਕੋਲ ਜੋ ਪੱਥਰ ਹੈ ਉਹ ਰੱਖ ਕੇ ਆ ਜਾਵੋ, ਪੁਲ ਬਣ ਚੁੱਕਾ ਹੈ, ਹੁਣ ਹੋਰ ਪੱਥਰਾਂ ਪਹਾੜਾਂ ਦੀ ਲੋੜ ਨਹੀਂ। ਤੇ ਇਸ ਪ੍ਰਕਾਰ ਸ਼੍ਰੀ ਹਨੂਮਾਨ ਜੀ ਵੀ ਉਸ ਸਮੇਂ ਪਹਾੜ ਚੱਕ ਕੇ ਲਿਆਉਂਦੇ ਸੀ। ਰਾਮ ਕਹੈ ਤਹਿ ਜਾਹੋ ਅਬੈ ਤੇ ਇਸ ਪ੍ਰਕਾਰ ਸ਼੍ਰੀ ਰਾਮ ਜੀ ਕਹਿਣ ਲੱਗੇ, ਜਾਓ ਭਾਈ ਸਾਡੇ ਪਿਆਰੇ ਹਨੂਮਾਨ ਨੂੰ ਉੱਥੋਂ ਲੈ ਕੇ ਆਓ। ਇੱਕ ਬਾਂਦਰ ਅਨਹ ਵੇਖ ਬੁਲਾਈ। ਇਸ ਪ੍ਰਕਾਰ ਇੱਕ ਇਹ ਬਾਨਰ ਉਹਨਾਂ ਸਮਿਆਂ ਦੇ ਵਿੱਚ ਇਹ ਜਾਤੀ ਸੀ, ਇਸ ਜਾਤੀ ਦੇ ਲੋਕ ਸਨ ਤੇ ਜਾ ਕਰਕੇ ਸ਼੍ਰੀ ਹਨੂਮਾਨ ਜੀ ਕੋਲ ਪਹੁੰਚੇ ਨੇ। ਧਾਇ ਗਇਓ ਹਨੂਮਾਨ ਸਮੀਪ ਤੇ ਦੌੜਦਾ ਹੋਇਆ ਸ਼੍ਰੀ ਰਾਮ ਜੀਆਂ ਦਾ ਹੁਕਮ ਲੈ ਕਰਕੇ, ਉਪਦੇਸ਼ ਲੈ ਕਰਕੇ ਸ਼੍ਰੀ ਹਨੂਮਾਨ ਜੀ ਕੋਲ ਪਹੁੰਚਿਆ ਹੈ। ਚਲੋ ਰਘੁਬੀਰ ਨੇ ਵੇਖ ਬੁਲਾਵਾ। ਤੇ ਕਹਿਣ ਲੱਗਾ ਹੈ ਸ਼੍ਰੀ ਹਨੂਮਾਨ ਜੀ ਚੱਲਣਾ ਕਰੋ, ਆਪ ਜੀਆਂ ਨੂੰ ਇਸ ਪ੍ਰਕਾਰ ਸ਼੍ਰੀ ਰਾਮ ਜੀ ਬੁਲਾਉਂਦੇ ਨੇ। ਮੇਰੂ ਨਾ ਜਾਣ ਬਨੇ ਬਿਨ ਭਾਂਤ। ਤੇ ਹਨੂਮਾਨ ਜੀ ਕਹਿਣ ਲੱਗੇ ਕਿ ਸਾਡਾ ਇੱਥੋਂ ਜਾਣਾ ਬਣਦਾ ਨਹੀਂ। ਮੇਰੇ ਤੱਕ ਸਭੇ ਕਹਿ ਕੇ ਸਮਝਾਵਾ। ਸਾਰੀ ਗੱਲਬਾਤ ਜੋ ਸੱਦਣ ਗਿਆ ਸੀ ਉਹਨੂੰ ਸਮਝਾ ਦਿੱਤੀ ਹੈ। ਸੋ ਸੁਣ ਕੇ ਪੁਨ ਰਾਮ ਸਮੀਪ ਗਇਓ। ਤੇ ਇਸ ਪ੍ਰਕਾਰ ਹਨੂਮਾਨ ਜੀਆਂ ਨੂੰ ਜੋ ਲੈਣ ਆਇਆ ਸੀ ਤੇ ਹਨੂਮਾਨ ਜੀਆਂ ਦੇ ਨਾਂ ਨੂੰ ਸੁਣ ਕਰਕੇ ਵਾਪਸ ਮੁੜਿਆ ਹੈ। ਸਭੀ ਸੋਭ ਸੰਗ ਸੁਨਾਵਾ। ਤੇ ਜਾ ਕਰਕੇ ਸ਼੍ਰੀ ਰਾਮ ਜੀ ਸ਼੍ਰੀ ਰਾਮਚੰਦਰ ਜੀਆਂ ਨੂੰ ਦੱਸਣ ਲੱਗਿਆ ਕਿ ਹਨੂਮਾਨ ਜੀ ਏਦਾਂ ਕਹਿੰਦੇ ਨੇ। ਆਪ ਹੈ ਨਾ ਪ੍ਰਭੰ ਜਨ ਨੰਦਨ। ਤੇ ਇਸ ਪ੍ਰਕਾਰ ਜਿਹੜਾ ਪਵਨ ਦਾ ਪੁੱਤਰ ਸ਼੍ਰੀ ਹਨੂਮਾਨ ਜੀ ਆਉਂਦੇ ਨਹੀਂ। ਤੋ ਸੰਗ ਐਸੇ ਹੀ ਬੈਨ ਅਲਾਵਾ। ਤੇ ਮੈਨੂੰ ਇਸ ਪ੍ਰਕਾਰ ਸ਼੍ਰੀ ਹਨੂਮਾਨ ਜੀਆਂ ਨੇ ਕਹਿ ਕੇ ਭੇਜਿਆ ਹੈ ਚਾਹੇ ਪਹਾੜ ਉਪਾਰਨ ਹੈ ਜਬ। ਕਿ ਜਦੋਂ ਮੈਂ ਇਸ ਪਹਾੜ ਨੂੰ ਚੁੱਕਣ ਲੱਗਾ ਸੀ ਜਾਨਿਓ ਤਬੇ ਇਵ ਬਿਆਬਾਨੀ ਅਲਾਈ। ਤੇ ਉਹ ਸਮੇਂ ਇਸ ਪਹਾੜ ਦੇਵਤੇ ਨੇ ਮੇਰੇ ਤਾਈਂ ਬਚਨ ਕੀਤੇ ਸੀ ਮੋਹਿ ਉਚਾਪੋ ਨਾਹੀ ਕਿ ਅਬੈ। ਮੈਨੂੰ ਭਾਈ ਇੱਥੋਂ ਚੱਕਣਾ ਨਾ ਕਰੋ, ਜਿੱਥੇ ਮੈਂ ਟਿਕਿਆ ਹਾਂ ਇੱਥੇ ਟਿਕਿਆ ਰਹਿਣ ਦਿਓ। ਜੇ ਉਚਾਪੋ ਤੋ ਸੁਨੀਏ ਮਨ ਲਾਈ। ਤੇ ਜੇਕਰ ਹਨੂਮਾਨ ਜੀ ਮੈਨੂੰ ਚੱਕ ਕੇ ਲਿਜਾਣਾ ਹੈ ਫਿਰ ਮੇਰੇ ਵਚਨ ਸੁਣ ਲਵੋ। ਸ੍ਰੀ ਰਘੁਬੀਰ ਜਹਾਂ ਪਦ ਪੰਕਜ। ਜਿੱਥੇ ਰਘੂਆਂ ਦੀ ਕੁਲ ਦੇ ਨਾਇਕ ਯੋਧੇ ਸ਼੍ਰੀ ਰਾਮਚੰਦਰ ਜੀ ਦੇ ਚਰਨ ਪਏ ਨੇ, ਤਾਂਗੇ ਤਰੇ ਮੁਖ ਦੇਹੁ ਟਿਕਾਈ। ਉਹਨਾਂ ਦੇ ਚਰਨ ਛੋਹ ਧਰਤੀ ਦੇ ਉੱਪਰ ਜਾ ਕੇ ਮੈਨੂੰ ਟਿਕਾਉਣਾ ਕਰਿਓ। ਆਨ ਸਥਾਨ ਵਿਖੇ ਜੇ ਧਰਿਓ। ਤੇ ਜੇਕਰ ਉਹਨਾਂ ਦੇ ਚਰਨਾਂ ਦੇ ਨਾ ਟਿਕਾਇਆ ਮੈਨੂੰ ਕਿਤੇ ਹੋਰ ਰੱਖਣਾ ਹੈ ਤਹਿ ਥਾਨ ਤੇ ਨੀਕੇ ਰਹੋ ਇਹ ਥਾਈ। ਤੇ ਫਿਰ ਇਦੋਂ ਚੰਗਾ ਹੈ ਮੈਂ ਜਿੱਥੇ ਪਿਆ ਹਾਂ ਇੱਥੇ ਪਿਆ ਰਹਿਣ ਦੋ। ਸੋਹ ਪਹਾੜ ਕੇ ਸੰਗ ਧਰੀ। ਇਸ ਪ੍ਰਕਾਰ ਮੈਂ ਪਹਾੜ ਦੇ ਨਾਲ ਇਕਰਾਰ ਕੀਤਾ ਸੀ ਰਘੁਬੀਰ ਕਰੇ ਤਹਿ ਸਾਰੰਗ ਪਾਨੀ। ਕਿ ਜਿੱਥੇ ਸ਼੍ਰੀ ਰਘੁਵੀਰ ਇਸ ਪ੍ਰਕਾਰ ਰਾਮਚੰਦਰ ਹੋਣਗੇ ਨਾ, ਜਿੱਥੇ ਉਹਨਾਂ ਦੇ ਚਰਨਾਂ ਦੇ ਨਿਸ਼ਾਨ ਹੋਣਗੇ ਉੱਥੇ ਟਿਕਾਵਾਂਗਾ। ਤਾਪਤ ਪੰਕਜ ਸੁੰਦਰ ਨੀਚੇ। ਇਸ ਪ੍ਰਕਾਰ ਸ਼੍ਰੀ ਰਾਮਚੰਦਰ ਜੀਆਂ ਦੀ ਜਿੱਥੇ ਚਰਨ ਛੋਹ ਧਰਤੀ ਹੋਵੇਗੀ ਉੱਥੇ ਰੱਖਾਂਗਾ। ਇਹ ਮੈਂ ਇਸ ਪਹਾੜ ਦੇ ਨਾਲ ਬਚਨ ਕੀਤੇ ਸੀ। ਮੈਂ ਦੇਹੁ ਟਿਕਾਈ ਭਲੇ ਮਨ ਬਾਨੀ। ਇਸ ਪ੍ਰਕਾਰ ਮੈਂ ਇਹਨਾਂ ਦੇ ਨਾਲ ਬਚਨ ਕਰਕੇ ਇਹਨਾਂ ਨੂੰ ਲਿਆਇਆ ਜੋ ਹਾਂ। ਕਹਿ ਕੇ ਕਰ ਲੀਨ ਉਚਾਏ। ਇਸ ਪ੍ਰਕਾਰ ਮੈਂ ਬਚਨ ਕਰਕੇ ਵਾਅਦਾ ਕਰਕੇ ਇਸ ਪਹਾੜ ਨੂੰ ਚੁੱਕਿਆ ਸੀ। ਚਲਿਓ ਮਤ ਪੂਰਨ ਜੋ ਬਲਖਾਨੀ। ਇਸ ਪ੍ਰਕਾਰ ਮੈਂ ਚੱਕਦਾ ਜਦੋਂ ਰਸਤੇ ਵਿੱਚ ਆ ਰਿਹਾ ਸੀ ਸੇਤ ਸੰਪੂਰਨ ਹੋਏ ਗਇਓ ਤਬ। ਤੇ ਮੇਰੇ ਆਉਣ ਤੋਂ ਪਹਿਲਾਂ ਹੀ ਜਿਹੜਾ ਲੰਕਾ ਨੂੰ ਪੁਲ ਬਣ ਰਹੇ ਸੀ ਉਹ ਪੂਰਾ ਹੋ ਚੁੱਕਾ ਸੀ। ਆਪਨੇ ਆਇ ਸੋ ਜੋ ਫਰਮਾਨੀ।
ਤੇ ਸ਼੍ਰੀ ਰਾਮਚੰਦਰ ਜੀਆਂ ਨੇ ਹੁਕਮ ਕਰ ਦਿੱਤਾ ਕਿ ਜਿੱਥੇ ਜਿੱਥੇ ਜੀ ਦੇ ਹੱਥ ਵਿੱਚ ਕੋਈ ਪੱਥਰ ਪਹਾੜ ਹੈ ਉਥੇ ਉਥੇ ਰੱਖ ਕੇ ਆ ਜਾਵੋ, ਹੁਣ ਹੋਰ ਪੱਥਰਾਂ ਦੀ ਲੋੜ ਨਹੀਂ। ਜੋ ਜਹਾਨ ਵਿਖੇ ਕਲਿਆਵਤ ਤੇ ਇਸ ਲਈ ਮੈਂ ਇਸ ਪਹਾੜ ਨੂੰ ਲਿਆ ਕੇ ਇੱਥੇ ਰੱਖ ਦਿੱਤਾ ਹੈ। ਸੋ ਜਹਾਨ ਮੈਂ ਦਿਨੋ ਟਿਕਾਈ ਤੇ ਇਸ ਪ੍ਰਕਾਰ ਹਨੂਮਾਨ ਜੀ ਕਹਿੰਦੇ ਇਸ ਪਹਾੜ ਨੂੰ ਇੱਥੇ ਟਿਕਾ ਦਿੱਤਾ ਹੈ, ਕਿਉਂਕਿ ਮੇਰੇ ਪਰਮੇਸ਼ਰ ਸ਼੍ਰੀ ਰਾਮ ਜੀਆਂ ਨੇ ਵਚਨ ਕੀਤੇ ਨੇ। ਆਇ ਰਾਮ ਕੀ ਸੁਣ ਕੇ ਤੇ ਇਸ ਪ੍ਰਕਾਰ ਆਪਣੇ ਗੁਰੂ ਆਪਣੇ ਇਸ ਪ੍ਰਕਾਰ ਸ਼੍ਰੀ ਰਾਮਚੰਦਰ ਜੀਆਂ ਦਾ ਹੁਕਮ ਸੁਣ ਕਰਕੇ ਪਹਾੜ ਰੱਖਿਆ ਹੈ। ਅਸਮੰਜਸ ਜਾਨ ਹਿਰਦੇ ਕਮਰਾਈ ਪਰ ਹੁਣ ਮੇਰਾ ਜਿਹੜਾ ਧਰਮ ਹੈ ਉਹ ਨਾਸ਼ ਹੋਵੇਗਾ, ਕਿਉਂਕਿ ਮੈਂ ਇਹ ਪਹਾੜ ਦੇ ਨਾਲ ਵਚਨ ਕੀਤੇ ਸੀ ਕਿ ਜਿੱਥੇ ਸ਼੍ਰੀ ਰਾਮ ਜੀਆਂ ਦੇ ਚਰਨ ਹੋਣਗੇ ਉੱਥੇ ਟਿਕਾਵਾਂ। ਪਰ ਸ਼੍ਰੀ ਰਾਮ ਜੀਆਂ ਨੇ ਵਚਨ ਕਹਿ ਦਿੱਤੇ ਕਿ ਜਿੱਥੇ ਜਿੱਥੇ ਤੁਸੀਂ ਹੋ ਉੱਥੇ ਉੱਥੇ ਪੱਥਰ ਰੱਖ ਕੇ ਆ ਜਾਵੋ, ਜਿਹੜਾ ਪੁਲ ਸੰਪੂਰਨ ਹੋਇਆ। ਹੁਣ ਮੈਂ ਦੋਵੇਂ ਪਾਸੇ ਫਸ ਚੁੱਕਾ ਹਾਂ। ਸ਼੍ਰੀ ਰਾਮ ਜੀ ਸ਼੍ਰੀ ਹਨੂਮਾਨ ਜੀ ਕਹਿੰਦੇ ਕਿ ਸ਼੍ਰੀ ਰਾਮ ਜੀਆਂ ਨੇ ਹੁਕਮ ਕਰ ਦਿੱਤਾ ਕਿ ਰੱਖ ਦੇਵੋ, ਤੇ ਪਹਾੜ ਦੇ ਨਾਲ ਮੇਰੇ ਵਚਨ ਨੇ ਕਿ ਜਿੱਥੇ ਸ਼੍ਰੀ ਰਾਮ ਜੀਆਂ ਦੇ ਚਰਨ ਹੋਣਗੇ ਉੱਥੇ ਰੱਖਾਂਗਾ। ਜੇ ਨਾ ਤਜਿਓ ਧਰਮ ਦਾਸਨ ਕੋ ਇਸ ਪ੍ਰਕਾਰ ਜੇਕਰ ਮੈਂ ਇਸ ਨੂੰ ਨਾ ਛੱਡਿਆ ਤੇ ਫਿਰ ਇਸ ਪ੍ਰਕਾਰ ਸ਼੍ਰੀ ਰਾਮ ਜੀਆਂ ਦੇ ਚਰਨਾਂ ਬਚਨਾਂ ਦੀ ਉਲੰਘਣਾ ਹੋਵੇਗੀ। ਸੋ ਨਾ ਸਭ ਜਾਤ ਮੈਂ ਨਾਹੀ ਭਲਾਈ ਤੇ ਜੇਕਰ ਇਹਨਾਂ ਦੇ ਵਚਨ ਮੈਂ ਨਾ ਕਮਾਏ, ਉਹਨਾਂ ਦੇ ਚਰਨਾਂ ਦੇ ਪਾਸ ਨਾ ਲੱਗਿਆ, ਤੇ ਮੇਰੇ ਜਿਹੜੇ ਵਚਨ ਹਨ ਉਹ ਝੂਠੇ ਹੋਣਗੇ। ਜੇ ਜਾਓ ਮੇਰਾ ਮੂੰਹ ਝੂਠ ਹਵੇ ਤੇ ਇਸ ਪ੍ਰਕਾਰ ਜੇਕਰ ਛੱਡ ਕੇ ਇਹਨਾਂ ਨੂੰ ਮੈਂ ਚਲਿਆ ਗਿਆ ਤੇ ਮੈਂ ਝੂਠਾ ਵੱਜਾਂਗਾ। ਐਸਾ ਵਿਚਾਰ ਰੱਖਿਓ ਕਹਿ ਥਾਈ ਇਸ ਲਈ ਮੈਂ ਇਹ ਵਿਚਾਰ ਕਰਕੇ ਇੱਥੇ ਇਸ ਪਹਾੜ ਦੇ ਕੋਲ ਹੀ ਬੈਠਾ ਹਾਂ। ਸਿੱਧ ਕਬੀਰ ਕਹਿਓ ਸੁਣ ਕੇ ਇਸ ਪ੍ਰਕਾਰ ਉਸ ਮਨੁੱਖ ਦੇ ਵਚਨ ਸੁਣ ਕਰਕੇ ਕਿ ਸ਼੍ਰੀ ਹਨੂਮਾਨ ਜੀਆਂ ਨੇ ਏਦਾਂ ਕਿਹਾ ਹੈ, ਫਿਰ ਸ਼੍ਰੀ ਰਾਮਚੰਦਰ ਜੀ ਬੋਲੇ ਨੇ ਜੁਗ ਦੁਆਪਰ ਮੈਂ ਧਰਿਓ ਅਵਤਾਰੂ ਕਿ ਜਾਓ ਸ਼੍ਰੀ ਹਨੂਮਾਨ ਨੂੰ ਕਹਿ ਦੇਵੋ ਕਿ ਦੁਆਪਰ ਯੁੱਗ ਦੇ ਅੰਦਰ ਅਸੀਂ ਸ਼੍ਰੀ ਕ੍ਰਿਸ਼ਨ ਜੀਆਂ ਦਾ ਰੂਪ ਧਾਰਨ ਕਰਾਂਗੇ। ਤਾਂ ਕੇ ਵਿਸਾਲ ਕਰੋ ਤੇ ਜੋ ਤੁਸੀਂ ਪਹਾੜ ਲੈ ਕੇ ਆਏ ਹੋ ਨਾ, ਇਹਦੇ ਤੇ ਲੰਬਾ ਸਮਾਂ ਅਸੀਂ ਠਹਿਰਾਂਗੇ। ਤੇਰੇ ਕਾਲ ਲਓ ਮੈਂ ਪਤ ਸੰਗ ਵਿਹਾਰੂ ਬੜਾ ਲੰਬਾ ਸਮਾਂ ਇਸ ਪਹਾੜ ਦੇ ਉੱਪਰ ਅਸੀਂ ਖੇਡਾਂ ਕਰਾਂਗੇ ਜੀ। ਸੋ ਸੁਣ ਕੇ ਹਨੂਮਾਨ ਕੇ ਤੀਰ ਗਇਓ ਇਸ ਪ੍ਰਕਾਰ ਜਦੋਂ ਹਨੂਮਾਨ ਨੂੰ ਆ ਕਰਕੇ ਉਹ ਦੱਸ ਰਿਹਾ ਹੈ ਸਬਜੀ ਵੇਦ ਕੀਨ ਉਚਾਰੋ ਤੇ ਇਸ ਪ੍ਰਕਾਰ ਜਦੋਂ ਸ਼ੁਭ ਬਚਨ ਆ ਕੇ ਦੱਸੇ ਨੇ ਨਾ ਕਿ ਹਨੂਮਾਨ ਜੀ ਫਿਕਰ ਨਾ ਕਰੋ, ਹੁਣ ਪਹਾੜ ਉੱਥੇ ਤਾਂ ਜਾ ਨਹੀਂ ਸਕਦਾ, ਕਿਉਂਕਿ ਸ਼੍ਰੀ ਰਾਮਚੰਦਰ ਜੀਆਂ ਨੇ ਵਚਨ ਕਰ ਦਿੱਤੇ ਨੇ ਕਿ ਜਿੱਥੇ ਨੂੰ ਉੱਥੇ ਰੱਖ ਦੇ। ਪਰ ਇੱਕ ਵਚਨ ਹੋਰ ਕੀਤਾ ਹੈ ਕਿ ਤੁਸੀਂ ਪਹਾੜ ਨੂੰ ਛੱਡ ਕੇ ਆ ਜਾਵੋ। ਇਸ ਪਹਾੜ ਦੇ ਉੱਪਰ ਹੁਣ ਅਸੀਂ ਦੁਆਪਰ ਯੁੱਗ ਦੇ ਵਿੱਚ ਜਦੋਂ ਸ਼੍ਰੀ ਕ੍ਰਿਸ਼ਨ ਜੀਆਂ ਦਾ ਰੂਪ ਧਾਰਨ ਕਰਾਂਗੇ, ਉਦੋਂ ਆ ਕੇ ਇਹਦੇ ਤੇ ਵਾਸਾ ਕਰਾਂਗੇ ਜੀ। ਤੋ ਹਨੂਮਾਨ ਬਿਆਨ ਕੀਓ ਇਸ ਪ੍ਰਕਾਰ ਵਚਨ ਸੁਣ ਕਰਕੇ ਹਨੂਮਾਨ ਜੀਆਂ ਨੇ ਜਾਣਾ ਕੀਤਾ ਹੈ। ਇਸ ਪ੍ਰਕਾਰ ਤਹ ਠਾਡੇ ਹੁੰਦੇ ਰਘੁਵੰਸ਼ ਮਰਾ। ਫਿਰ ਇਸ ਪ੍ਰਕਾਰ ਜਿੱਥੇ ਰਘੂਆਂ ਦੀ ਵੰਸ਼ ਦੇ ਨਾਇਕ ਰਾਮ ਜੀ ਬੈਠੇ ਨੇ, ਉੱਥੇ ਸ਼੍ਰੀ ਹਨੂਮਾਨ ਜੀ ਪਹੁੰਚੇ ਨੇ। ਤਬ ਕੋ ਇਹ ਥਾਨ ਧਰਾ ਸੋ ਧਰਾ ਧਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਦਰਅਸਲ ਉਦੋਂ ਦਾ ਇਹ ਇੱਕੋ ਪਹਾੜ ਜਮਨਾ ਦੇ ਕਿਨਾਰੇ ਪਿਆ ਹੈ। ਤੇ ਜਦੋਂ ਸ਼੍ਰੀ ਕ੍ਰਿਸ਼ਨ ਜੀਆਂ ਦਾ ਦੁਆਪਰ ਅੰਦਰ ਅਵਤਾਰ ਹੋਇਆ, ਫਿਰ ਇਹਦੇ ਤੇ ਬੜੀ ਸੋਭਾ ਪਾਈ ਹੈ। ਇਸ ਪ੍ਰਕਾਰ ਗੋਪੀਆਂ ਦੇ ਨਾਲ ਮਿਲ ਕਰਕੇ ਜਿਹੜੇ ਸ਼੍ਰੀ ਕ੍ਰਿਸ਼ਨ ਜੀ ਸਨ ਅਤੇ ਬਾਲਕਾਂ ਦੇ ਨਾਲ ਮਿਲ ਕਰਕੇ, ਗਊਆਂ ਦੇ ਨਾਲ ਮਿਲ ਕਰਕੇ ਇੱਥੇ ਇਸ ਪਹਾੜ ਤੇ ਲੰਬਾ ਸਮਾਂ ਵਿਚਰੇ ਨੇ। ਇਸ ਪ੍ਰਕਾਰ ਇਹ ਬੜਾ ਜਿਹੜਾ ਪਹਾੜ ਇਹ ਪਵਿੱਤਰ ਹੈ ਤੇ ਇਸ ਪ੍ਰਕਾਰ ਬੜਾ ਲੰਬਾ ਸਮਾਂ ਕ੍ਰਿਸ਼ਨ ਜੀਆਂ ਨੇ ਇੱਥੇ ਬਿਰਾਜੇ ਨੇ, ਕਿਉਂਕਿ ਜਿਸ ਸਮੇਂ ਸ਼੍ਰੀ ਕ੍ਰਿਸ਼ਨ ਜੀਆਂ ਨੇ ਇੰਦਰ ਦੀ ਪੂਜਾ ਲੋਕਾਂ ਤੋਂ ਬੰਦ ਕਰਵਾ ਦਿੱਤੀ ਸੀ ਤੇ ਗੁੱਸੇ ਦੇ ਵਿੱਚ ਆ ਕਰਕੇ ਇੰਦਰ ਨੇ 28 ਦਿਨ ਲਗਾਤਾਰ ਨਹੀਂ ਪਾਇਆ ਸੀ, ਤੇ ਜਿਹੜੀ ਸ਼੍ਰੀ ਕ੍ਰਿਸ਼ਨ ਜੀਆਂ ਦੀ
ਧਰਤੀ ਸੀ, ਨਗਰੀ ਸੀ, ਸਾਰੀ ਹੀ ਜਲ ਦੇ ਅੰਦਰ ਡੋਬ ਦਿੱਤੀ ਸੀ। ਫਿਰ ਸ਼੍ਰੀ ਕ੍ਰਿਸ਼ਨ ਜੀ ਸਾਰੀ ਨਗਰੀ ਨੂੰ ਲੈ ਕਰਕੇ ਇਸ ਪਹਾੜ ਉੱਪਰ ਬਿਰਾਜੇ ਸਨ। ਜਹ ਨਾਸ ਕਰੇ ਸਭ ਦੈਤ ਕੋ ਕੁਲ। ਤੇ ਇਸ ਪ੍ਰਕਾਰ ਸ਼੍ਰੀ ਕ੍ਰਿਸ਼ਨ ਜੀਆਂ ਨੇ ਸਾਰਿਆਂ ਦੈਤਾਂ ਦੀਆਂ ਕੁੱਲਾਂ ਦਾ ਹੀ ਨਾਸ਼ ਕੀਤਾ ਹੈ। ਔਰ ਧਰਾ ਬਹੁ ਭਾਰ ਮਿਟਾਏ। ਤੇ ਧਰਤੀ ਦੇ ਉੱਪਰ ਸਾਰੇ ਦੁੱਖਾਂ ਕਲੇਸ਼ਾਂ ਨੂੰ ਮਿਟਾਉਣਾ ਕੀਤਾ ਸੀ। ਉਪਰਾ ਕਾਲਮ ਦਰੀ ਤਕ ਸ੍ਰੀ ਗੁਰ ਬੈਠੇ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਜਮਨਾ ਦੇ ਕਿਨਾਰੇ ਬਿਰਾਜੇ ਹੋਏ ਨੇ। ਬੈਠੇ ਸਰਬ ਸੁਨਾਏ। ਤੇ ਇਹ ਸਾਰਾ ਪ੍ਰਸੰਗ ਭਾਈ ਮਰਦਾਨੇ ਤਾਈ ਮਹਾਰਾਜ ਸੁਣਾ ਰਹੇ। ਭਾਵੇਂ ਕਿ ਇਸ ਇਤਿਹਾਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਪਰ ਜਦੋਂ ਭਾਈ ਮਰਦਾਨਾ ਜੀਆਂ ਨੇ ਪੁੱਛਿਆ ਹੈ ਕਿ ਮਹਾਰਾਜ ਇਹ ਇੱਕੋ ਪਹਾੜ ਨਜ਼ਰ ਆਉਂਦਾ ਹੈ, ਹੋਰ ਕੋਈ ਪਹਾੜ ਨਹੀਂ ਨਜ਼ਰ ਆਉਂਦਾ, ਫਿਰ ਗੁਰੂ ਨਾਨਕ ਦੇਵ ਜੀਆਂ ਨੇ ਇਹ ਸਾਰਾ ਪ੍ਰਸੰਗ ਇਸ ਪ੍ਰਕਾਰ ਭਾਈ ਮਰਦਾਨੇ ਤਾਈਂ ਸੁਣਾਇਆ ਹੈ। ਤੇ ਭਾਈ ਬਾਲਾ ਜੀਆਂ ਨੇ ਵੀ ਕੋਲ ਬੈਠ ਕੇ ਸੁਣਿਆ ਹੈ। ਫਿਰ ਭਾਈ ਬਾਲਾ ਜੀਆਂ ਨੇ ਇਹ ਸਾਰਾ ਪ੍ਰਸੰਗ ਗੁਰੂ ਅੰਗਦ ਦੇਵ ਜੀਆਂ ਤਾਈਂ ਸੁਣਾਇਆ ਹੈ। ਤੇ ਇਸ ਪ੍ਰਕਾਰ ਕਵੀ ਸੰਤੋਖ ਸਿੰਘ ਜੀਆਂ ਨੇ ਤਾਂ ਹੀ ਇਹ ਸਾਰਾ ਇਤਿਹਾਸ ਇਹ ਦਰਜ ਕੀਤਾ ਹੈ। ਕਈ ਵਾਰੀ ਮਨ ਦੇ ਅੰਦਰ ਸ਼ੰਕੇ ਆਉਂਦੇ ਨੇ ਕਿ ਕਥਾ ਗੁਰੂ ਘਰ ਅੰਦਰ ਹੁੰਦੀ ਹੈ ਤੇ ਕਥਾ ਦੇਵੀ ਦੇਵਤਿਆਂ ਦੀ ਕਰ ਰਹੇ ਨੇ, ਪਰ ਨਹੀਂ ਭਾਈ, ਇਸ ਪ੍ਰਕਾਰ ਇਹ ਸਾਰਾ ਪ੍ਰਸੰਗ ਭਾਈ ਮਰਦਾਨੇ ਜੀ ਨੂੰ ਸਤਿਗੁਰੂ ਜੀ ਸੁਣਾ ਰਹੇ ਨੇ। ਸਾਨੂੰ ਤਾਂ ਕਲਗੀਧਰ ਪਾਤਸ਼ਾਹ ਜੀਆਂ ਨੇ ਬਚਨ ਕਰ ਦਿੱਤੇ ਨੇ, ਆਏ ਗਏ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਕਰੇ ਨਹੀਂ ਆਨੇਓ। ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਭੇਦ ਸਭਾ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ਼੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਹਿ ਬਖਾਨਿਓ। ਸਗਲ ਦੁਆਰ ਕੋ ਛਾਡਿਕਾ ਕਹਿਓ ਤੁਹਾਰੋ ਦੁਆਰ। ਵਾਹੇ ਗਾਹੇ ਕੀ ਲਾਜ ਆਸਾ ਗੋਬਿੰਦ ਦਾਸ ਦੁਹਾਰ। ਕਲਗੀਧਰ ਪਾਤਸ਼ਾਹ ਕਹਿੰਦੇ ਕਿ ਅਸੀਂ ਕਿਸੇ ਨੂੰ ਨਹੀਂ ਜਾਣਦੇ, ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਜਾਣਦੇ ਹਨ। ਪਰ ਇਹ ਜੋ ਸਾਰੇ ਪ੍ਰਸੰਗ ਹਨ, ਜਿਵੇਂ ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਸ ਧਰਤੀ ਦੇ ਉੱਪਰ ਵਿਚਰਦੇ ਨੇ, ਉਥੋਂ ਦਾ ਜਿਵੇਂ ਜਿਵੇਂ ਇਤਿਹਾਸ ਹੁੰਦਾ ਹੈ, ਭਾਈ ਮਰਦਾਨਾ ਜੀਆਂ ਨੇ ਸਵਾਲ ਕੀਤਾ ਤੇ ਗੁਰੂ ਨਾਨਕ ਦੇਵ ਜੀਆਂ ਨੇ ਇਹ ਸੁਣਾਇਆ ਹੈ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਕਿਸ ਪ੍ਰਕਾਰ ਮਹਾਰਾਜ ਹੁਣ ਇਹ ਜਮਨਾ ਦੇ ਕਿਨਾਰੇ ਬੈਠ ਕਰਕੇ ਸਤਿਗੁਰੂ ਜੀ ਉੱਥੇ ਕੌਤਕ ਕਰਨਗੇ, ਉੱਥੋਂ ਦੇ ਲੋਕਾਂ ਤਾਈਂ ਮਿਲਣਗੇ, ਬਚਨ ਵਿਲਾਸ ਹੋਣਗੇ। ਕੱਲ੍ਹ ਦੀਆਂ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ ਜੀ। ਹੋਈਆਂ ਪੁਰਨਾ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਆਪਣੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ। ਸਹਿਜ ਸਿੱਧੀ ਮਨ ਵਜੀਆਂ ਵਖਾਈਆਂ। ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਇਆ। ਸਭ ਤੋਤਾ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮੇ, ਹਰ ਨਾਮ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਨਾ। ਪਵਨ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ। ਸਾਗੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ। ਤਿਸ ਤੇਰੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਟੇਰੇ। ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਧ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ। ਤਬ ਸਾਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਾ ਜਿਸ ਦੀਆਂ ਇਹ ਵਡਿਆਈਆਂ। ਕਾਹੈ ਨਾਨਕ ਸਦਾ ਸੰਤਬ ਸ਼ਬਦ ਧਰਮ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤਕਾਲ
ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਤਾਹੈ ਨਾਨਕ ਤੈ ਤੈ ਸੁਖ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਰੇ ਸਭ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਰਤੇ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਨ ਸਰਾਪ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਜਇਆ ਪੁਰਿਆਈਆ ਵਾਜੈ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।